नंदना सिमरो अंगद दुख ने कंदना गुरु अमरदास हृदय नित ध्याऊं हृदय नित ध्याऊं श्री गुरु अमरदास गुण गाऊं गुरु अर्जन बेगनन के बेगनन के श्री हर गोबिंद सुमत पर श्री हर राय नमो कर जोरी नमो कर जोरी श्री हर कृष्ण मनाऊं बहारी गुरु तेग बहादुर परम कृपाला परम कृपाला श्री गुरु गोविंद सिंह विशाला तरो तरा पर पुन पुन सीसा पुन पुन सीसा बंदो बार बार जगदीशा एक ओंकारा सतगुरु ते प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए दोहरा श्री गुरु गोबिंद सिंह जी देत पले उपदेशा नंद सिंह संग नंदा सुन एह मग लख दरवेशा वाहिगुरु जी का खालसा वाहिगुरु जी की फतेह वाहिगुरु जी की फतेह। बहुत बहुत ਧੰਨਵਾਦ ਸਰਬਤ ਸੰਗਤਾਂ ਦਾ ਜਿਨ੍ਹਾਂ ਨੇ ਪਿਛਲੇ ਪਹਿਰਾਂ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਆ ਕਰਕੇ ਹਾਜ਼ਰੀਆਂ ਲਵਾਈਆਂ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਪਦੇਸ਼ ਬਖਸ਼ ਰਹੇ ਨੇ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਭਾਵੇਂ ਕਿਸੇ ਵੀ ਇੱਕ ਜਣੇ ਨੂੰ ਉਪਦੇਸ਼ ਦਿੰਦੇ ਆ ਮਹਾਂਪੁਰਸ਼ ਸਤਿਗੁਰੂ ਪਾਤਸ਼ਾਹ ਭਗਤ, ਉਹ ਸਾਡੇ ਸਾਰਿਆਂ ਵਾਸਤੇ ਵੀ ਸਾਂਝਾ ਹੁੰਦਾ ਹੈ। ਤੋ ਆਨੰਦ ਸਿੰਘ ਨਾਮ ਦਾ ਇੱਕ ਸਿੱਖ ਦਾ ਬੱਚਾ ਸਤਿਗੁਰਾਂ ਦੀ ਹਜ਼ੂਰੀ 'ਚ ਲਿਆਂਦਾ ਗਿਆ। ਮਾਤਾ ਪਿਤਾ ਨੇ ਕਿਹਾ ਜੀ ਸਾਡੇ ਬੱਚੇ ਦੀ ਸ਼ਾਦੀ ਵੀ ਕਰ ਦਿੱਤੀ ਹੈ, ਪਰ ਇਹ ਬੜਾ ਨਰਮੋਹੀ ਹੈ, ਸਦਾ ਹੀ ਕਹਿੰਦਾ ਰਹਿੰਦਾ ਮੈਂ ਸਾਧ ਬਣ ਜਾਊਂਗਾ, ਸਾਧ ਬਣ ਜਾਊਂਗਾ, ਮੈਂ ਘਰੇ ਨਹੀਂ ਰਹਿਣਾ, ਮੈਂ ਜੰਗਲਾਂ ਨੂੰ ਚਲਿਆ ਜਾਊਂਗਾ। ਜਦ ਪਾਤਸ਼ਾਹ ਜੀ ਨੇ ਉਸ ਬੱਚੇ ਨੂੰ ਆਪਣੇ ਕੋਲ ਬੁਲਾਇਆ, ਸਾਰੀ ਗੱਲਬਾਤ ਪੁੱਛੀ, ਪਾਤਸ਼ਾਹ ਨੂੰ ਲੱਗਿਆ ਵੀ ਠੀਕ ਹੈ ਬੱਚਾ ਪਿਆ ਤਾਂ ਚੰਗੇ ਰਾਹ ਹੀ ਆ। ਔਰ ਕਹਿੰਦਾ ਮੈਨੂੰ ਜੀ ਆਨੰਦ ਸਾਹਿਬ ਜੀ ਦੇ ਸ਼ਬਦ ਵਿੱਚੋਂ ਬਾਣੀ ਵਿੱਚੋਂ ਇਹ ਗਿਆਨ ਹੋਇਆ ਕਿ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ ਹੀ। ਬਸ ਫਿਰ ਮੇਰੇ ਮਨ 'ਤੇ ਚੋਟ ਕਰ ਗਈ ਇਹ ਗੱਲ, ਤੇ ਮੇਰਾ ਤਾਂ ਇਰਾਦਾ ਹੈ ਕਿ ਮੈਂ ਪਰਮੇਸ਼ਰ ਨੂੰ ਪਾਵਾਂ। ਪਾਤਸ਼ਾਹ ਕਹਿੰਦੇ ਚੰਗੀ ਗੱਲ ਆ, ਸਾਰੀ ਦੁਨੀਆ ਇਸੇ ਵਾਸਤੇ ਆਈ ਆ, ਪਰ ਹੁਣ ਤੇਰੇ ਸਾਹਮਣੇ ਦੋ ਰਸਤੇ ਆ, ਇੱਕ ਫਕੀਰੀ ਦਾ, ਉਦਾਸੀ ਦਾ, ਤਿਆਗਣ ਦਾ, ਅਤੇ ਇੱਕ ਹੈ ਗ੍ਰਸਤੀ ਜੀਵਨ ਦਾ। ਤੈਨੂੰ ਅਸੀਂ ਦੱਸਦੇ ਹਾਂ ਦੋਨਾਂ ਰਸਤਿਆਂ ਵਿੱਚ ਕਿਵੇਂ ਰਹਿਣਾ। ਜਿਹੜਾ ਤੈਨੂੰ ਸੌਖਾ ਲੱਗੇ ਉਹ ਤੂੰ ਨਿਭਾ ਲਈ। ਕੱਲ੍ਹ ਤੱਕ ਆਪਾਂ ਸਰਵਣ ਕੀਤਾ ਪਿੱਛੋਂ ਸਤਿਗੁਰਾਂ ਨੇ ਤਿਆਗ ਦਾ ਰਸਤਾ ਦੱਸਿਆ ਵੀ ਜੇ ਫਕੀਰ ਹੋਵੇ, ਤਿਆਗੀ ਹੋਵੇ, ਤਾਂ ਫਿਰ ਉਸ ਨੂੰ ਸੰਸਾਰ ਦੇ ਨਾਲ ਮੋਹ ਨਹੀਂ ਰੱਖਣਾ ਚਾਹੀਦਾ। ਫਿਰ ਜਿਹੋ ਜਿਹੀ ਡਾਲੀ ਕਰਨ ਗਿਆ ਮਿਲ ਗਈ ਉਹੋ ਜਿਹੀ ਖਾ ਲੈਣੀ ਚਾਹੀਦੀ ਆ, ਔਰ ਕਿਤੇ ਬਹੁਤਾ ਸਮਾਂ ਰੁਕਣਾ ਨਹੀਂ ਹੈਗਾ। ਇਹ ਤਾਂ ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕੀਤੀਆਂ ਕਿ ਤਿਆਗੀ, ਫਕੀਰ, ਉਦਾਸੀ ਕੈਸਾ ਹੋਣਾ ਚਾਹੀਦਾ। ਅੱਜ ਪਾਤਸ਼ਾਹ ਦੱਸਦੇ ਆ ਗ੍ਰਸਤੀ ਕਿਹੋ ਜਿਹਾ ਹੋਣਾ ਚਾਹੀਦਾ। ਆਓ ਇਹ ਵਿਚਾਰਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਵਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ श्री गुरु गोबिंद सिंह जी देत भले उपदेशा
ਨੰਦ ਸਿੰਘ ਸੰਗ ਨੰਦ ਸੁਨ ਇਹ ਮਗ ਲਖ ਦਰਵੇਸ਼। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੱਲ ਉਪਦੇਸ਼ ਦੇ ਰਹੇ ਸੀ, ਪੁੱਤਰਾ ਇਹ ਹੈ ਫਕੀਰੀ ਦਾ ਰਸਤਾ, ਇਹ ਹੈ ਦਰਵੇਸ਼ਾਂ ਦਾ ਰਸਤਾ, ਇਹ ਹੈ ਤਿਆਗੀਆਂ ਦਾ ਰਸਤਾ। ਔਰ ਆਨੰਦ ਸਿੰਘ ਨੇ ਬੜੇ ਆਨੰਦ ਨਾਲ ਪਾਤਸ਼ਾਹ ਕੋਲੋਂ ਗੌਰ ਨਾਲ ਸਾਰੀ ਗੱਲ ਸੁਣਨੀ ਕੀਤੇ ਜੀ। ਬਿਰਕਤਾ ਹੋਣਗੇ ਚਿਤ ਮਹਿ ਤੋਰੇ ਤੋ ਇਮ ਬਣਹੁ ਨਾ ਕੋਈ ਬਹੋਰੇ। ਜੇ ਤੂੰ ਬਰਕਤ ਹੋਣਾ ਹੈ, ਸੰਸਾਰ ਤੋਂ ਤਿਆਗੀ ਹੋਣਾ ਹੈ, ਜੇ ਤੂੰ ਫਕੀਰ ਬਣਨਾ ਹੈ, ਜੇ ਤੂੰ ਰੱਬ ਦੇ ਪਾਉਣ ਵਾਲੇ ਇਸ ਰਸਤੇ ਤੇ ਚੱਲਣਾ ਹੈ ਤਾਂ ਫਿਰ ਤੈਨੂੰ ਏਦਾਂ ਕਰਨਾ ਪੈਣਾ, ਤੈਨੂੰ ਕੋਈ ਨਹੀਂ ਰੋਕੇਗਾ। ਗ੍ਰਸਤਾ ਪੰਥ ਦੂਸਰ ਲਖ ਲੀਜੈ ਜੇ ਕਰਬੋ ਹੋਏ ਸਕਲ ਸਮੀਜੈ। ਜੇ ਤੈਥੋਂ ਇਹ ਫਕੀਰੀ ਬਾਣਾ ਨਹੀਂ ਨਿਭਦਾ ਤੇ ਫਿਰ ਤੈਨੂੰ ਗ੍ਰਸਤੀ ਜੀਵਨ ਬਾਰੇ ਦੱਸਦੇ ਹਾਂ। ਜੇ ਤੂੰ ਗ੍ਰਸਤੀ ਬਣਦਾ ਤਾਂ ਫਿਰ ਕਿਹੋ ਜਿਹਾ ਹੋਣਾ ਚਾਹੀਦਾ, ਇਹ ਆਪਣੇ ਸਾਰਿਆਂ ਵਾਸਤੇ ਵੀ ਉਪਦੇਸ਼ ਹੈ। ਉਸ ਬੱਚੇ ਨੂੰ ਸੰਬੋਧਨ ਕਰਕੇ ਪਾਤਸ਼ਾਹ ਜੀ ਦੱਸ ਰਹੇ ਹਨ, ਕਹਿੰਦੇ ਸੁਣ ਫਿਰ ਜੇ ਗ੍ਰਸਤੀ ਜੀਵਨ 'ਚ ਪ੍ਰਵੇਸ਼ ਕਰੇ ਤਾਂ ਫਿਰ ਤੈਨੂੰ ਕੀ ਕਰਨਾ ਚਾਹੀਏ ਜੀ। ਮਹਲਾ ਦੂਜਾ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਫਿਰ ਤੂੰ ਇਹ ਸਮਝ ਲਾ ਰੋਜੀ ਕਮਾਉਣ ਵਾਸਤੇ ਸਾਡੀ ਨੱਥ ਪਰਮੇਸ਼ਰ ਦੇ ਹੱਥ 'ਚ ਹੈ। ਭਾਵ ਜਿੱਥੇ ਬੰਦੇ ਦਾ ਦਾਣਾ ਪਾਣੀ ਹੁੰਦਾ ਬੰਦਾ ਉੱਥੇ ਪਹੁੰਚ ਜਾਂਦਾ ਹੈ, ਪਰਮੇਸ਼ਰ ਉਹਨੂੰ ਉੱਥੇ ਲੈ ਜਾਂਦਾ ਹੈ। ਆਪਾਂ ਵੀ ਤਾਂ ਦੂਰ ਦੂਰ ਜਾ ਕੇ ਨੌਕਰੀਆਂ ਕਰਦੇ ਹਾਂ, ਕਿਸੇ ਨੂੰ ਨੇੜੇ ਮਿਲ ਜਾਂਦੀ ਹੈ। ਔਰ ਬਹੁਤੇ ਹਿੰਦੁਸਤਾਨ ਦੇ ਭਾਰਤ ਵਰਸ਼ ਦੇ ਲੋਕ ਬਾਹਰਲੇ ਦੇਸ਼ਾਂ ਨੂੰ ਵੀ ਜਾ ਰਹੇ ਹੈ। ਤੋ ਇਸ ਕਰਕੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਇਹ ਗੱਲ ਸਹੀ ਆ ਪੁੱਤਰਾ। ਗ੍ਰਸਤੀ ਨੂੰ ਰੋਜੀ ਕਮਾਉਣ ਵਾਸਤੇ ਜਾਣਾ ਪੈਂਦਾ ਘਰੋਂ ਬਾਹਰ, ਫਿਰ ਕਿਰਤ ਕਰਨੀ ਹੈ, ਫਿਰ ਮੰਗਣਾ ਨਹੀਂ ਹੈਗਾ ਸਾਦਾ ਮੰਗੋ। ਗ੍ਰਸਤੀ ਨੇ ਕਿਰਤ ਕਰਨੀ ਹੈ ਔਰ ਫਿਰ ਕੀ ਕਰਨਾ ਹੈ ਤੋਂ ਜਿਹੜਾ ਹੈ ਨੱਕ ਨੱਥ ਖਸਮ ਹੱਥ। ਇਹ ਗੱਲ ਮੰਨ ਕੇ ਤੁਸੀਂ ਜਿੱਥੇ ਪਰਮੇਸ਼ਰ ਲੈ ਜਾਵੇ ਉੱਥੇ ਜਾਣਾ ਹੈ, ਤੇ ਜਿੱਥੇ ਦਾਣਾ ਪਾਣੀ ਹੈ ਉੱਥੇ ਜਾ ਕੇ ਲੈ ਕੇ ਆਉਣਾ, ਚੁਗਣਾ ਪੈਣਾ ਜੀ। ਮਹਲਾ ਪਹਿਲਾ ਆਪੇ ਪੱਟੀ ਕਲਮ ਆਪ ਉਪਰ ਲੇਖ ਪੇ ਤੂੰ ਏਕੋ ਕਹੀਏ ਨਾਨਕਾ ਦੂਜਾ ਕਾਹੇ ਕੋ। ਔਰ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਆਪ ਹੀ ਸਾਡੇ ਲੇਖ ਸਾਡੇ ਸੁਰਤ ਰੂਪੀ ਫੱਟੀ ਤੇ ਲਿਖਣ ਵਾਲੇ ਆ। ਸਾਡੇ ਦਿਮਾਗ ਵਿੱਚ ਸਾਡਾ ਮੈਮਰੀ ਕਾਰਡ ਹੈ ਇੱਕ ਦਿਮਾਗ ਦੇ ਵਿੱਚ, ਜਿਹਦੇ ਵਿੱਚ ਸਾਡੀ ਪ੍ਰਲਬਧ ਲਿਖੀ ਹੋਈ ਹੈ ਕਿ ਜੋ ਮਨੁੱਖ ਨੇ ਜਦੋਂ ਪ੍ਰਾਪਤ ਕਰਨਾ ਉਹ ਸਾਡੇ ਅੰਦਰ ਲਿਖਿਆ ਹੋਇਆ। ਜਿਵੇਂ ਜਿਵੇਂ ਉਹ ਸਾਡੇ ਕਰਮ ਫੁੱਟਦੇ ਆ, ਜਿਵੇਂ ਜਿਵੇਂ ਦਾਣਾ ਧਰਤੀ 'ਚੋਂ ਫੁੱਟ ਕੇ ਬਾਹਰ ਆਉਂਦਾ ਤਿਵੇਂ ਤਿਵੇਂ ਉਹ ਉਗਰਦਾ ਹੈ, ਜਿਵੇਂ ਜਿਵੇਂ ਉਹਦਾ ਸਮਾਂ ਬਣਦਾ, ਜਦੋਂ ਪਾਣੀ ਮਿਲਦਾ, ਜਦੋਂ ਧਰਤੀ ਮਿਲਦੀ ਹੈ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਸਾਡੀ ਉਸ ਮੈਮਰੀ ਦੇ ਵਿੱਚ ਸਾਡੇ ਪਿਛਲੇ ਕੀਤੇ ਹੋਏ ਕਰਮ ਚੰਗੇ ਜਾਂ ਮਾੜੇ ਉਹ ਰੱਖੇ ਪਏ ਨੇ। ਜਿਵੇਂ ਜਿਵੇਂ ਨਿਕਲਦੇ ਰਹਿੰਦੇ ਆ, ਉਗਰਦੇ ਰਹਿੰਦੇ ਆ, ਸਾਨੂੰ ਉਹਨਾਂ ਦਾ ਫਲ ਮਿਲਦਾ ਜਾਂਦਾ ਹੈ। ਆਪੇ ਪੱਟੀ ਕਲਮੇ ਆਪ ਉੱਪਰ ਲੇਖ ਪੇ ਤੂੰ, ਤੇ ਲਿਖਣ ਵਾਲਾ ਉਹ ਆਪ ਪਰਮੇਸ਼ਰ ਹੈ, ਹੋਰ ਕੋਈ ਨਹੀਂ। ਏਕੋ ਕਹੀਆ ਨਾਨਕਾ ਦੂਜਾ ਕਾਹੇ ਕੋ। ਸੋਨਾ ਸਿੱਖ ਸੋਤਾ ਸਤਿਗੁਰ ਕਹਤੈ ਸੇ ਗ੍ਰਸਤੀ ਹੋਣ ਤਾਂ ਹੋਈਐ ਐਸੇ। ਤਾਂ ਤੇ ਸਿੱਖ ਪੁੱਤਰ ਸੁਣ, ਜੇ ਤੂੰ ਗ੍ਰਸਤੀ ਬਣ ਜਾਵੇਂ ਤਾਂ ਤੈਨੂੰ ਏਦਾਂ ਕਰਨਾ ਪੈਣਾ ਹੈ ਜੀ। ਸਗਨ ਸਾਵਤਰਾ ਬਣ ਮਹਿ ਆਹਾ ਰਹਿਤ ਕਪੋਤ ਕਪੋਤੀ ਤਾਹਾ। ਹੁਣ ਇੱਥੋਂ ਕਹਾਣੀ ਇੱਕ ਸੁਣਾਉਂਦੇ ਆ ਕਿ ਗ੍ਰਸਤੀ ਕਿਹੋ ਜਿਹਾ ਹੋਵੇ। ਕਹਿੰਦੇ ਇੱਕ ਵਾਰ ਦੀ ਗੱਲ ਹੈ, ਇੱਕ ਸੰਘਣੀ ਛਾਂ ਦਾ ਦਰਖਤ ਹੈ, ਉਹਦੇ ਉੱਤੇ ਦੋ ਪੰਛੀ ਰਹਿੰਦੇ ਹਨ, ਕਪੋਤ ਅਤੇ ਕਪੋਤਨੀ। ਵਾਡਾ ਨੰਡਿਆ ਉਸ ਬਸੈ ਸੁਖਾਰੇ ਬੱਚੇ ਬੱਚੀ ਜਨ ਕਰ ਪ੍ਰਤਪਾਰੇ। ਔਰ ਤੁਹਾਨੂੰ ਸਮਝ ਨਹੀਂ ਆਉਣੀ ਵੀ ਕਪੋਤ ਕੀ ਹੁੰਦਾ ਹੈ, ਕਬੂਤਰ ਕਬੂਤਰੀ ਹੁੰਦੇ ਆ। ਕੋਈ ਸਤਨਾਮ ਸੀ। ਇੱਕ ਦਰਖਤ ਦੇ ਉੱਤੇ ਰਹਿੰਦੇ ਆ ਕਬੂਤਰ ਤੇ ਕਬੂਤਰੀ, ਦੋ ਜਾਨਵਰ, ਜਿੱਥੇ ਇਹ ਨਿਡਰ ਹੋ ਕੇ ਵਸਦੇ ਆ। ਆਲਣਾ ਬਣਾਇਆ ਹੋਇਆ ਹੈ ਔਰ ਉਹਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਜਨਮ
ਸਮੇਂ ਸਮੇਂ ਤੇ ਦਿੰਦੇ ਹਨ ਤੇ ਪਾਲਣਾ ਪੋਸ਼ਣਾ ਕਰਦੇ ਹਨ। ਬਰਖਤ ਝਰੀ ਲਗੀ ਇੱਕ ਵਾਰੀ, ਆਇਓ ਬਦ ਕਲੇ ਕਰ ਜਾਰੀ। ਔਰ ਇੱਕ ਵਾਰੀ ਬਾਰਿਸ਼ ਦੇ ਸਮੇਂ ਹੈ, ਬਾਰਿਸ਼ ਦਾ ਮਹੀਨਾ, ਤੇ ਇੱਕ ਸ਼ਿਕਾਰੀ ਜੰਗਲ ਦੇ ਵਿੱਚ ਆਇਆ ਸ਼ਿਕਾਰ ਕਰਨ ਲਈ ਜਾਨਵਰਾਂ ਦਾ। ਮਹਿਕ ਨਾ ਤਹਤਿਓ ਨਹਿਕ ਤਪਾਇਓ, ਪਰਮਤ ਪਰਮਤਾ ਸ਼ੂਸ਼ਾ ਤਹ ਆਇਓ। ਉਹ ਜਿਹੜਾ ਸ਼ਿਕਾਰੀ ਸੀਗਾ, ਮੀਂਹਾਂ ਦੇ ਕਾਰਨ ਜਾਨਵਰ ਲੁਕ ਗਏ, ਦਰਖਤਾਂ ਦੀਆਂ ਖੁੱਡਾਂ 'ਚ ਵੜ ਗਏ ਮੀਂਹ ਤੋਂ ਡਰਦੇ ਹੋਏ। ਇਹਨੂੰ ਕਿਤੇ ਵੀ ਕੋਈ ਜਾਨਵਰ ਪੰਛੀ ਸ਼ਿਕਾਰ ਨਾ ਮਿਲਿਆ। ਜੰਗਲ ਵਿੱਚ ਭਟਕਦਾ ਭਟਕਦਾ ਖਾਲੀ ਹੱਥ ਭੁੱਖਾ, ਅਤੇ ਉਹ ਉਸ ਦਰਖਤ ਹੇਠਾਂ ਆ ਗਿਆ ਜਿੱਥੇ ਇਹ ਕਬੂਤਰ ਤੇ ਕਬੂਤਰੀ, ਕਪੋਤ ਤੇ ਕਪੋਤਨੀ ਰਹਿੰਦੇ ਸਨ। ਸੰਪਤ ਸੀਤਲ ਲਗੇ ਜਲ ਪਾਉ, ਤਿਸ ਤਰ ਤਰੇ ਰਹਿਓ ਠਹਿਰਾਉ। ਔਰ ਉਹਨਾਂ ਨੇ ਉੱਤੋਂ ਬੈਠੇ ਦੇਖਿਆ। ਜਾਨਵਰਾਂ ਦੀਆਂ ਅੱਖਾਂ ਫੀਲ ਕਰਦੀਆਂ, ਚਾਹੇ ਉਹ ਬੋਲ ਨਹੀਂ ਸਕਦੇ ਸਾਡੇ ਵਾਂਗੂ, ਔਰ ਅੱਖਾਂ ਦੇ ਰਾਹੀਂ ਉਹ ਆਪਣਾ ਪਿਆਰ ਜਾਂ ਗੁੱਸਾ ਵੀ ਜ਼ਾਹਰ ਕਰਦੇ ਆ। ਇਸ ਤਰ੍ਹਾਂ ਕਹਿੰਦੇ ਉਹਨਾਂ ਪੰਛੀਆਂ ਨੇ ਦੇਖਿਆ ਕਿ ਉਸ ਦਰਖਤ ਦੇ ਹੇਠਾਂ ਉਹ ਬੰਦਾ ਕੰਬਦਾ ਹੋਇਆ, ਠੰਡ ਲੱਗ ਰਹੀ ਹੈ, ਬਾਰਿਸ਼ਾਂ ਦਾ ਸਮਾਂ ਹੈ, ਤੇ ਸਾਡੇ ਉਸ ਦਰਖਤ ਹੇਠਾਂ ਆ ਕੇ ਰੁਕ ਗਿਆ ਹੈ। ਰਾਤ ਪਈ ਪਰ ਭੁੱਲਿਓ ਰਾਹੂ, ਸ਼ੁੱਧਤਾ ਉਦਾਸ ਤਰਾਸ ਮਨ ਮਾਹੂ। ਰਾਤ ਪੈ ਗਈ ਆ, ਉਹਨੂੰ ਰਸਤਾ ਵੀ ਭੁੱਲ ਗਿਆ, ਘਰੇ ਜਾਣ ਦਾ ਭੁੱਖਾ ਵੀ ਹੈ। ਉਸ ਨੇ ਸੋਚਿਆ ਵੀ ਹੁਣ ਇੱਥੇ ਰਾਤ ਪੈ ਗਈ, ਰਾਤ ਇੱਥੇ ਕੱਟ ਲੈਂਦੇ ਆ, ਤੜਕੇ ਰਸਤਾ ਲੱਭਾਂਗੇ ਜੰਗਲ ਚੋਂ ਨਿਕਲਣ ਦਾ। ਕਰਿਓ ਸਾਨਾ ਹੋਏ ਬੈਠੋ ਮੋਨਾ, ਬੋਲਣਾ ਨਿਕਸਾ ਵੇ ਲੋਕੇ ਉਤਾਉਣਾ। ਔਰ ਠੰਡ ਨਾਲ ਠੁਰ ਕਰਦਾ, ਸਰੀਰ ਸੁੰਨ ਹੋ ਗਿਆ, ਬੋਲਿਆ ਵੀ ਨਹੀਂ ਜਾਂਦਾ ਉਹਦੇ ਕੋਲੋਂ। ਉਹਨਾਂ ਪੰਛੀਆਂ ਨੇ ਫੀਲ ਕੀਤਾ, ਉੱਤੇ ਬੈਠੇ ਆ, ਦੇਖਿਆ ਉਤੋਂ ਕਟੰਬੀ ਕਹਿ ਕਪੋਤਾ, ਸੁਣੋ ਕਪੋਤੀ ਇਸ ਦੁੱਖ ਹੋਤਾ। ਹੁਣ ਮਾਨੋ ਗ੍ਰਸਤੀ ਹੈ, ਕਬੂਤਰ ਤੇ ਕਬੂਤਰੀ ਗ੍ਰਸਤੀ ਆ, ਉਹਨਾਂ ਦੇ ਬੱਚੇ ਵੀ ਆ, ਉਹਨਾਂ ਦਾ ਉੱਥੇ ਆਲਣਾ ਵੀ ਆ, ਉੱਥੇ ਪੱਕੀ ਰਿਹਾਇਸ਼ ਵੀ ਹੈ। ਮਾਨੋ ਇਹ ਯਾਤਰੀ ਉਹਨਾਂ ਦੇ ਘਰੇ ਇੱਕ ਪ੍ਰਾਹੁਣਾ ਆ ਗਿਆ, ਕੋ ਸਤਨਾਮ ਸੀ। ਉਹਨਾਂ ਨੇ ਫੀਲ ਕੀਤਾ ਹੈ ਵੀ ਸਾਡੇ ਘਰ ਇਹ ਮਾਨੋ ਇੱਕ ਰਿਸ਼ਤੇਦਾਰ ਆ ਗਿਆ। ਰਾਤ ਦਾ ਸਮਾਂ, ਠੁਰ ਕਰੀ ਜਾਂਦਾ, ਠੰਡ ਦੇ ਨਾਲ ਕੰਬੀ ਜਾਂਦਾ, ਬੋਲਿਆ ਜਾਂਦਾ ਨਹੀਂ। ਕਬੂਤਰ ਕਹਿੰਦਾ ਕਬੂਤਰੀ ਨੂੰ, ਭਲੀਏ ਮਾਨਸੇ, ਇਹ ਸਾਡੇ ਘਰ ਆਇਆ ਹੈ, ਇਹ ਦੁਖੀ ਹੈ। ਆਗ ਗ੍ਰਸਤੀ ਹਮਰੇ ਅਰਤੰਗੀ, ਆਇਓ ਅਭਾਗਿਅਤ ਨਰ ਅੰਗੀ। ਅਭਿਆਗਤ ਹੁੰਦਾ ਹੈ, ਚੱਲਦਾ ਫਿਰਦਾ, ਉਹ ਸਾਧੂ ਵੀ ਹੋ ਸਕਦਾ, ਕੋਈ ਯਾਤਰੀ ਵੀ ਹੋ ਸਕਦਾ। ਤੁਸੀਂ ਯਾਤਰਾ ਤੇ ਜਾਓ ਤਾਂ ਤੁਸੀਂ ਵੀ ਭੁੱਖ ਦੇ ਵਾਸਤੇ ਫਿਰ ਜ਼ਰੂਰ ਕਿਸੇ ਦਾ ਆਸਰਾ ਭਾਲੋਗੇ, ਕੋ ਸਤਨਾਮ ਸੀ, ਕਿਤੋਂ ਪ੍ਰਸ਼ਾਦਾ ਮਿਲ ਜਾਵੇ। ਪਰ ਇਹ ਤਾਂ ਸਹਿ ਸੁਭਾ ਦਰਖਤ ਹੇਠਾਂ ਰਾਤ ਕੱਟਣ ਵਾਸਤੇ ਬੈਠਾ ਹੈ। ਤੇ ਕਬੂਤਰ ਕਹਿਣ ਲੱਗਿਆ, ਭਗਵਾਨੇ ਆਪਾਂ ਗ੍ਰਸਤੀ ਹਾਂ, ਤੂੰ ਵੀ ਮੇਰੀ ਘਰ ਦੀ ਮਾਲਕ ਹੈ ਅੱਧੀ, ਔਰ ਇਹ ਅਭਿਆਗਤ ਯਾਤਰੂ ਚੱਲਦਾ ਫਿਰਦਾ ਸਾਡੇ ਘਰ ਆਇਆ ਹੈ। ਬੈਠੋ ਆਇਨ ਕੇਤ ਹਮਾਰੇ, ਗ੍ਰਸਤੀ ਧਰਮ ਸੁਦੇਹ ਆਹਾਰੇ। ਔਰ ਇਹ ਸਾਡੇ ਦਰ ਤੇ ਆ ਗਿਆ ਤੇ ਸਾਡਾ ਗ੍ਰਸਤੀਆਂ ਦਾ ਫਰਜ਼ ਬਣਦਾ, ਸਾਡਾ ਧਰਮ ਹੈ। ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਇਹ ਮਨੁੱਖ ਦੇ ਵਾਸਤੇ ਹੈ, ਵੈਸੇ ਪੰਛੀ ਵੀ ਨਾਮ ਜਪਦੇ ਆ। ਕਹਿੰਦੇ ਸਾਡੇ ਦਰ ਤੇ ਆ ਗਿਆ ਤੇ ਸਾਡਾ ਧਰਮ ਹੈ ਵੀ ਇਹਨੂੰ ਕੋਈ ਭੋਜਨ ਦਾ ਇੰਤਜ਼ਾਮ ਕਰੀਏ। ਖਾਣ ਪਾਣ ਵਿਸਰਾਮੈ ਦੇਬੋ, ਸੁਖ ਸਭ ਕਰੈ ਅਤਬ ਸੁਧ ਲੈਬੋ। ਜਿੰਨਾ ਕੁ ਆਪਾਂ ਕਰ ਸਕਦੇ ਹਾਂ ਇਸ ਅਤਿਥੀ ਦਾ, ਅਤਿਥੀ ਹੁੰਦਾ ਪ੍ਰਾਹੁਣਾ, ਇਸ ਅਤਿਥੀ ਦੀ ਆਪਾਂ ਨੂੰ ਖਬਰ ਲੈਣੀ ਚਾਹੀਦੀ ਹੈ, ਇਹਦੇ ਸੁੱਖ ਦਾ ਇੰਤਜ਼ਾਮ ਕਰਨਾ ਚਾਹੀਦਾ ਜਿੰਨਾ ਕੁ ਆਪਾਂ ਤੋਂ ਹੋ ਸਕਦਾ ਹੈ। ਦੇਖੋ ਕਬੂਤਰ ਜਿਹੜਾ ਕਬੂਤਰੀ ਨਾਲ ਸਲਾਹ ਕਰਦਾ ਹੈ ਜੀ। ਆਗਤਨ ਹਾਥ ਨ ਦੇ ਬਿਦਾਤਾ, ਹੈ ਇੱਕ ਚੋਚ ਚੋਗ ਚੁਣ ਖਾਤਾ। ਔਰ ਦੇਖੋ ਪੰਛੀ ਨੂੰ ਹੱਥ ਨਹੀਂ ਦਿੱਤੇ ਤੇ ਉਹਦੇ ਕੇਵਲ ਇੱਕ ਚੁੰਝ ਹੈ, ਤੇ ਉਹ ਚੁੰਝ ਦੇ ਨਾਲ ਹੀ ਚੋਗਾ ਚੁਗ ਕੇ ਖਾਂਦਾ। ਪਾਤਸ਼ਾਹ ਦਾ ਬਚਨ ਹੈ ਬਾਣੀ ਚੋਂ, ਕੱਕਰ ਚੋਗਣ ਥਲ ਵਸਣ, ਰੱਬ ਨਾ ਛੋਡਣ ਪਾਸ। ਦੇਖੋ ਪਰਮੇਸ਼ਰ ਦੇ ਇਹ ਪੰਛੀ ਵੀ ਉਹਨੂੰ ਯਾਦ ਕਰਦੇ ਆ, ਜੰਗਲਾਂ 'ਚ ਵਸਦੇ ਆ, ਪੇੜਾਂ ਦੇ ਵਿੱਚੋਂ ਦਾਣੇ ਚੁੱਕ ਲਿਆਉਂਦੇ ਆ, ਜਿਹਨੂੰ ਰੋੜ ਕਿਹਾ ਬਾਣੀ ਨੇ ਇੱਥੇ। ਜੋ ਵੀ ਉਹਨਾਂ ਦੀ ਖੁਰਾਕ ਉਹ ਚੁੱਕਦੇ ਆ, ਰੋੜ ਖਾਣ ਵਾਲੇ ਵੀ ਬਹੁਤ ਜਾਨਵਰ ਹੋਣਗੇ।
ਕੱਕਰ ਚੁਗਣ ਥਲ ਵਸਨ, ਰੱਬ ਨਾ ਛੋਡਣ ਪਾਸ, ਪਰਮੇਸ਼ਰ ਨੂੰ ਯਾਦ ਰੱਖਦੇ ਹੈ। ਮੋਰ ਮੀਨ ਮਿਰਗ ਪਖੇਰੂ, ਜੋ ਬੋਲਤ ਹੈ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹ ਕਹਿਣ ਲੱਗੇ ਪੰਛੀਆਂ ਦੇ ਹੱਥ ਤਾਂ ਹੈ ਨਹੀਂ, ਪਰ ਉਹਨਾਂ ਨੂੰ ਵੀ ਚੁੰਝ ਦਿੱਤੀ ਹੈ। ਸੁਣ ਸੁਖਦਾਇਨ ਸੁਧ ਇਸ ਕੇਰੀ, ਚਹੀਆ ਲਈ ਸਕਲ ਇਸ ਵੇਰੀ। ਔਰ ਭਗਵਾਨ ਨੇ ਆਪਾਂ ਇਹਦੀ ਖਬਰ ਲਈਏ, ਕਿੰਨਾ ਵੱਡਾ ਦਿਲ ਹੈ ਕਹਿੰਦੇ ਕਬੂਤਰ ਦਾ। ਕਹਿਣ ਲੱਗਿਆ ਭਗਵਾਨ ਨੇ ਆਪਾਂ ਇਹਦੀ ਖਬਰ ਲਈਏ ਔਰ ਆਪਾਂ ਇਹਨੂੰ ਸੁੱਖ ਦੇਣਾ ਚਾਹੀਦਾ, ਆਪਣੇ ਘਰੇ ਆਇਆ ਹੈ। ਪਹਿਲੇ ਪਾਵਕ ਦਹ ਹੈ ਇਸੇ, ਜਿਸ ਤੇ ਸੀਤ ਸਰੀਰ ਹੈ ਨਸੇ। ਪਹਿਲਾਂ ਤਾਂ ਅੱਗ ਦਾ ਇੰਤਜ਼ਾਮ ਕਰੀਏ, ਇਹਨੂੰ ਕਿਤੋਂ ਨਹੀਂ ਮਿਲਣੀ ਪਰ ਆਪਾਂ ਲੱਭਦੇ ਆ। ਉਦਮ ਤੇ ਲక్ష్ਮੀ ਹੋਏ ਪਾਉਣਾ, ਜਿਵ ਵਿੱਚ ਨੇ ਹਾਲੇ ਹੋਏ ਪਾਉਣਾ। ਇਹ ਗੁਰਬਾਣੀ ਦੀ ਇੱਕ ਸ਼ਬਦ ਦਾ ਹੀ ਅਰਥ ਹੈ। ਉਦਮ ਅੱਗੇ ਲక్ష్ਮੀ, ਜਿਉਂ ਪੱਖੇ ਅੱਗੇ ਪਾਉਣ। ਜੇ ਬੰਦਾ ਉਦਮ ਕਰੇ ਤੇ ਮਾਇਆ ਆ ਜਾਂਦੀ ਹੈ, ਜਿਵੇਂ ਪੱਖੇ ਦੇ ਮੂਹਰੇ ਹਵਾ ਭੱਜ ਲੈਂਦੀ ਆ। ਕਹੋ ਸਤਨਾਮ ਸ੍ਰੀ। ਇਸੇ ਤਰ੍ਹਾਂ ਹੀ ਉਹ ਕਬੂਤਰ ਕਹਿਣ ਲੱਗਿਆ ਆਪਾਂ ਉਦਮ ਕਰੀਏ, ਕਿਤੋਂ ਅੱਗ ਲੱਭੀਏ। ਪਹਿਲਾਂ ਤਾਂ ਇਹਨੂੰ ਆਪਾਂ ਅੱਗ ਦੇਈਏ ਤਾਂ ਕਿ ਇਹਦੀ ਠੰਡ ਦੂਰ ਹੋਵੇ। ਏਮਾ ਬੋਲਤ ਹੀ ਉੱਡ ਕਰ ਗਇਓ, ਗ੍ਰਾਮ ਅਗਨ ਤੋਖ ਦੇਖਤ ਭਇਓ। ਹੁਣ ਕਬੂਤਰ ਨੇ ਚੁੰਝ ਨਾਲ ਅੱਗ ਚੱਕ ਕੇ ਲਿਆਉਣੀ ਹੈ। ਪਿੰਡ ਵੱਲ ਗਿਆ, ਘਰਾਂ ਦੇ ਵਿੱਚ ਨਿਗਾਹ ਮਾਰੀ, ਇੱਕ ਚੁੱਲ੍ਹੇ ਵਿੱਚ ਅੱਗ ਧੁਖ ਰਹੀ ਸੀ। ਮਹਿੰਗਨ ਆਗ ਸੁਲਗਤੀ ਲੈ ਕੇ, ਲਿਆਏ ਬਦ ਕੈ ਆਗੇ ਦੇ ਕੇ। ਔਰ ਉਹਨਾਂ ਦੇ ਚੁੱਲ੍ਹੇ ਵਿੱਚ ਧੁਖ ਰਹੀਆਂ ਸੀਗੀਆਂ ਬੱਕਰੀਆਂ ਦੀਆਂ ਮੀਂਗਣਾ। ਵੱਡੀ ਲੱਕੜ ਤਾਂ ਤੋਂ ਚੱਕੀ ਨਹੀਂ ਜਾਂਦੀ ਕਬੂਤਰ ਤੋਂ ਇੱਕ ਛੋਟੀ ਜਿਹੀ ਮੀਂਗਣ ਜਿਹੜੀ ਅੱਧੀ ਕੁ ਅੱਗ ਹੈ ਤੇ ਅੱਧੀ ਕੁ ਪਿੱਛੋਂ ਠੀਕ ਹੈ, ਉਹ ਠੰਡੇ ਪਾਸਿਓਂ ਨੇ ਚੁੰਝ ਵਿੱਚ ਫੜੀ ਹੈ ਤੇ ਉੱਡ ਕੇ ਦਰਖਤ ਕੋਲ ਆਇਆ ਹੈ ਤੇ ਬੋਚ ਕੇ ਉੱਤੋਂ ਇਹਨੇ ਮੀਂਗਣ ਉਹਦੇ ਸਾਹਮਣੇ ਸਿੱਟ ਦਿੱਤੀ ਆ। ਉਸਨੇ ਮੱਚਦਾ ਅੱਗ ਦਾ ਚੰਗਿਆੜਾ ਦੇਖਿਆ ਹੈ ਜੀ। ਆਲਨੇ ਤੇ ਤਰਨ ਗੇਰੇ, ਬਦ ਕਹੇ ਰਜਾਰੇ ਤਿਸ ਦੇਰੇ। ਔਰ ਫੇਰ ਕਬੂਤਰ ਨੇ ਆਪਣੇ ਆਲਣੇ ਵਿੱਚ ਡੱਕੇ ਇਕੱਠੇ ਕੀਤੇ ਹੁੰਦੇ ਆ ਜਿੱਥੇ ਆਂਡੇ ਦਿੰਦੇ ਆ। ਇਹਨੇ ਆਪਣੇ ਆਲਣੇ ਦੇ ਕੁਝ ਡੱਕੇ ਵੀ ਸਿੱਟ ਦਿੱਤੇ ਤੇ ਉਹ ਸ਼ਿਕਾਰੀ ਨੇ, ਉਸ ਮਨੁੱਖ ਨੇ ਦੇਖਿਆ ਵੀ ਡੱਕੇ ਡਿੱਗ ਪਏ ਉੱਤੋਂ। ਇਹਨੂੰ ਨਹੀਂ ਪਤਾ ਇਹ ਕਾਰਵਾਈ ਕੌਣ ਕਰ ਰਿਹਾ ਹੈ। ਕਈ ਵਾਰੀ ਮਨੁੱਖ ਦੇ ਵਾਸਤੇ ਪਰਮੇਸ਼ਰ ਇਹੋ ਜਿਹਾ ਢੋਆਉਂਦਾ ਹੈ, ਉਹਨੂੰ ਪਤਾ ਨਹੀਂ ਲੱਗਦਾ ਕੌਣ ਕਰ ਰਿਹਾ, ਕਰ ਤਾਂ ਪਰਮੇਸ਼ਰ ਹੀ ਰਿਹਾ। ਦੇਖੋ ਇਹਨਾਂ ਦੇ ਰਾਹੀਂ ਉਹਨੇ ਡੱਕੇ ਸਿੱਟ ਦਿੱਤੇ, ਇਹਨੇ ਡੱਕੇ ਤੋੜ ਕੇ ਇਕੱਠੇ ਕਰਕੇ ਉਸ ਅੱਗ ਦੇ ਚੰਗਿਆੜੇ ਤੇ ਰੱਖੇ, ਫੂਕਾ ਮਾਰ ਕੇ ਅੱਗ ਮਚਾ ਲਈ ਜੀ। ਏਦਨ ਆਦਿਕ ਪਰਿਓ ਚੁਨ ਲਿਓ, ਬਾਹਰ ਪੜਵਾਂ ਮਚਾਵਤ ਭਇਓ। ਭਾਂਬੜ ਕਹਿੰਦੇ ਫੇਰ ਕੀ ਹੋਇਆ, ਇਸ ਨੇ ਆਸੇ ਪਾਸੇ ਹੋਰ ਲੱਕੜ ਇਕੱਠੀ ਕੀਤੀ। ਜਦੋਂ ਅੱਗ ਮੱਚ ਪਈ ਫਿਰ ਤਾਂ ਹੋਰ ਲੱਕੜ ਦੀ ਲੋੜ ਹੈ। ਇਹਨੇ ਆਪਣੇ ਆਸੇ ਪਾਸੇ ਸੁੱਕੀ ਲੱਕੜ ਲੱਭੀ ਕਿਤੋਂ ਤੇ ਰੱਖ ਕਰਕੇ ਪੂਰੀ ਤਕੜੀ ਅੱਗ ਮੱਚ ਪਈ ਹੈ। ਭਾਂਬੜ ਮੱਚਣ ਲੱਗਿਆ ਹੈ, ਇਹ ਸੇਕਣ ਲੱਗਿਆ ਜੀ। ਗਇਓ ਸੀਤ ਪਰ ਭੁੱਖਾ ਰਹਿਓ, ਦੇਖ ਕਪੋਤ ਬਾਤ ਤਬ ਕਹਿਓ। ਹੁਣ ਠੰਡ ਤਾਂ ਇਹਦੀ ਹੋ ਗਈ ਦੂਰ, ਪਰ ਢਿੱਡੋਂ ਭੁੱਖਾ ਸੀਗਾ। ਕਬੂਤਰ ਕਹਿਣ ਲੱਗਿਆ ਭਗਵਾਨੇ, ਇੱਕ ਤਾਂ ਦੁੱਖ ਇਹਦਾ ਦੂਰ ਹੋ ਗਿਆ ਠੰਡ ਵਾਲਾ ਤਾਂ, ਪਰ ਹੁਣ ਪੇਟ ਵਾਲਾ ਅੱਗ ਹੈ ਜਿਹੜੀ ਉਹ ਕਿਵੇਂ ਬੁਝੇ। ਅੰਦਰ ਜਿਹੜੀ ਭੁੱਖ ਲੱਗੀ ਹੈ ਉਹਦਾ ਵੀ ਇੰਤਜ਼ਾਮ ਕਰੀਏ ਕੋਈ। ਇਹ ਕਰ ਕੀ ਸਰਦਾਰਨ ਸੁਨੋ, ਬਾਲ ਬੱਚੇ ਪਾਲੋ ਸੁਖ ਸੁਨੋ। ਕਹਿੰਦਾ ਭਗਵਾਨ ਨੇ ਤੂੰ ਤਾਂ ਬੱਚਿਆਂ ਨੂੰ ਸੰਭਾਲੀ ਤੇ ਮੈਂ ਬਣਦਾ ਇਹਦਾ ਭੋਜਨ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਤੂੰ ਘਰ ਦੀ ਮਾਲਕਣ ਹੈ, ਤੂੰ ਤਾਂ ਆਪਣੇ ਬੱਚੇ ਜਿਹੜੇ ਦੋ ਹੈ ਨਿੱਕੇ ਨਿੱਕੇ ਇਹਨਾਂ ਨੂੰ ਪਾਲਣਾ ਤੇ ਇਸ ਮਾਨੂ ਹਿਤ ਅਲਪ ਆਹਾਰਾ, ਦੇਹੋ ਸਰੀਰ ਆਪਨ ਇਸ ਬਾਰਾ। ਔਰ ਇਸ ਰਾਹੀ ਦੇ ਵਾਸਤੇ, ਇਸ ਮਨੁੱਖ ਦੇ ਵਾਸਤੇ ਮੈਂ ਆਪਣਾ ਸਰੀਰ ਸਮਰਪਣ ਕਰਦੇ ਆ। ਮੈਂ ਅੱਗ ਵਿੱਚ ਡਿੱਗ ਪੈਂਦਾ ਹਾਂ, ਮਰ ਜਾਵਾਂਗਾ, ਭੁੱਜ ਜਾਵਾਂਗਾ, ਇਹ ਚੱਕ ਕੇ ਖਾ ਲਵੇਗਾ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਸ਼ਿਕਾਰੀ ਤਾਂ ਹੈ ਹੀ ਇਹ, ਪਰ ਉਹ ਤਾਂ ਨਹੀਂ ਜਾਣਦੇ ਵਿਚਾਰੇ ਸ਼ਿਕਾਰੀ ਹੈ, ਪਰ ਉਹ ਆਪਣਾ ਗ੍ਰਸਤੀ ਧਰਮ ਨਿਭਾ ਰਹੇ ਆ। ਬਾਦਸ਼ਾਹ ਦਸਵੇਂ ਸਤਿਗੁਰੂ ਉਸ ਬੱਚੇ ਨੂੰ ਇਉਂ ਸਮਝਾਉਂਦੇ ਆ ਸਾਖੀ ਕਹਾਣੀ ਰਾਹੀਂ। ਕਹਿੰਦੀ ਉਸ ਕਬੂਤਰ ਨੇ ਘਰ ਵਾਲੀ ਨਾਲ ਸਲਾਹ ਕੀਤੀ ਕਿ ਮੈਂ ਪਹਿਲਾਂ ਜਾਂਦਾ ਹਾਂ ਦੋਹੇਰਾ। ਕਹਿ ਕਪੋਤੀ ਧਰਮ ਸਮੇਰਾ, ਦਿਓ ਆਹਾਰ ਆਪਨ ਧਨ ਕੇਰਾ। ਕਬੂਤਰੀ ਕਹਿੰਦੀ ਵਾਹ ਮਹਾਰਾਜ, ਫੇਰ ਤਾਂ ਮੈਂ ਦੁਹਾਗਣ ਹੋ ਕੇ ਮਰਾਂਗੀ।
ਮੈਂ ਤੁਹਾਡੇ ਹੁੰਦੇ ਪਹਿਲਾਂ ਮੈਂ ਆਪਣਾ ਸਰੀਰ ਦੇਵਾਂਗੀ, ਇਸ ਕਰਕੇ ਮੈਨੂੰ ਆਗਿਆ ਦਿਓ, ਇਹਦਾ ਭੋਜਨ ਮੈਂ ਬਣਦੀ ਆ, ਬੱਚੇ ਤੁਸੀਂ ਪਾਲਿਓ। ਦੋਹਰਾ ਨਾਰੀ ਨਰਕ ਸਰੀਰ ਹੈ, ਬਿਨਾ ਪੁਰਖ ਕਹਿ ਕਾਮ, ਸਤਗਤ ਦਾਤਾ ਪੁਰਖ ਹੈ, ਅਵਰਨ ਦਾਤਾ ਰਾਮ। ਇਸਤਰੀ ਵਾਸਤੇ ਉਹਦਾ ਦਾਤਾ, ਉਹਦਾ ਮਾਲਕ ਮਨੁੱਖ ਹੈ। ਜਿੰਨਾ ਚਿਰ ਇਸਤਰੀ ਦੇ ਨਾਲ ਮਨੁੱਖ ਹੈ, ਉਹਦਾ ਪਤੀ ਹੈ, ਤਾਂ ਕੋਈ ਉਹਦੇ ਕੰਨੀ ਟੇਢਾ ਨਹੀਂ ਝਾਕ ਸਕਦਾ। ਕੋ ਸਤਨਾਮ ਸ੍ਰੀ ਵਾਹਿਗੁਰੂ। ਪ੍ਰੀਤਮ ਦਾ ਬਚਨ ਹੈ ਨਾ, 12 ਮਹਾਂ ਦਾ ਪਹਿਲਾ ਸ਼ਬਦ, ਉਹਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਾ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਢੇਨ ਦੁੱਧ ਹੈ ਤੇ ਬਾਹਰੀ, ਆ ਗਾਈਆਂ ਘਾਹ ਖਾਂ ਦੇ ਬਜਾਏ ਕਾਗਜ਼ ਖਾਂਦੀਆਂ ਫਿਰਦੀਆਂ, ਕਿਉਂਕਿ ਦੁੱਧ ਨਹੀਂ ਦਿੰਦੀਆਂ। ਜੇ ਦੁੱਧ ਦੇਣ ਤਾਂ ਲੋਕ ਇਹਨਾਂ ਨੂੰ ਘਰੇ ਚਾਰਾ ਪਾ ਦੇਣ। ਕੋ ਸਤਨਾਮ। ਢੇਨ ਦੁੱਧ ਹੈ ਤੇ ਬਾਹਰੀ, ਕਿਤੇ ਨਾ ਆਵੇ ਕਾਮ, ਜਲ ਬਿਨ ਸਾਹ ਕਮਲਾਵਤੀ, ਪਾਣੀ ਤੋਂ ਬਗੈਰ ਦਰਖਤ ਸੁੱਕ ਜਾਂਦੇ ਹੈ, ਉਪਜੈ ਨਾਹੀ ਦਾਮ, ਹਰ ਨਾਹ ਨ ਮਿਲੀਐ ਸਾਜਣੈ, ਕਤ ਪਾਈਐ ਵਿਸ਼ਰਾਮ। ਇਸੇ ਤਰ੍ਹਾਂ ਇਸਤਰੀ ਵੀ ਆਪਣੇ ਮਾਲਕ ਤੋਂ ਬਗੈਰ ਕਿਵੇਂ ਸ਼ਾਂਤੀ ਪ੍ਰਾਪਤ ਕਰ ਸਕਦੀ ਹੈ। ਇਹ ਜੀਵ ਇਸਤਰੀ ਆਤਮਾ ਦੀ ਗੱਲ ਵੀ ਹੈ ਤੇ ਬਾਹਰੀ ਤੌਰ ਤੇ ਇਸਤਰੀ ਦੀ ਗੱਲ ਵੀ ਹੈ। ਕੋ ਸਤਨਾਮ ਸ੍ਰੀ ਵਾਹਿਗੁਰੂ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਇਹ ਤਿੰਨ ਜਣਿਆਂ ਦੀ ਗੱਲ ਕੀਤੀ ਹੈ ਇੱਥੇ। ਪਰਮਾਤਮਾ ਤੋਂ ਬਗੈਰ ਆਤਮਾ ਨੂੰ ਜਮਦੂਤ ਖਿੱਚ ਕੇ ਲੈ ਜਾਣਗੇ। ਸੁਆਮੀ ਮਾਲਕ ਗੁਰੂ, ਗੁਰੂ ਤੋਂ ਬਗੈਰ ਮਨੁੱਖਾ ਜਨਮ ਜਮਦੂਤਾਂ ਦੇ ਵੱਸ ਪਊਗਾ, ਦੁੱਖਾਂ ਦੇ ਵੱਸ ਪਊਗਾ। ਪ੍ਰਭ ਸੁਆਮੀ ਤੇ ਅੱਗੇ ਕੰਤ, ਜਿਵੇਂ ਇਸਤਰੀ ਜਿਹੜੀ ਹੈ ਪਤੀ ਤੋਂ ਬਗੈਰ ਉਹਦਾ ਜੀਵਨ ਦੁੱਖਦਾਈ ਆ। ਕੋ ਸਤਨਾਮ ਸ੍ਰੀ ਵਾਹਿਗੁਰੂ। ਇਸਤਰੀ ਵਾਸਤੇ ਪਤੀ ਉਹਦਾ ਪਰਮੇਸ਼ਰ ਹੈ, ਪਤੀ ਸਿਰ ਤੇ ਹੈ ਤੇ ਕੋਈ ਝਾਕ ਨਹੀਂ ਸਕਦਾਗਾ। ਪ੍ਰਭ ਸੁਆਮੀ ਕੰਤ ਵੀ ਹੋਣੀਆਂ, ਪਰ ਇਹਨਾਂ ਤਿੰਨਾਂ ਦੇ ਨਾਲ ਇਹਨਾਂ ਦਾ ਮਾਲਕ ਨਾ ਹੋਵੇ ਤੇ ਇਹਨਾਂ ਦੇ ਮਿੱਤਰ ਸੱਜਣ ਰਿਸ਼ਤੇਦਾਰ ਸਾਖ ਸੰਬੰਧੀ ਸਰੀਕਾ ਕੁੜਮ ਕਬੀਲਾ ਦੁਸ਼ਮਣ ਬਣ ਜਾਊਗਾ। ਘਰ ਵਾਲਾ ਤਾਂ ਹੈ ਨਹੀਂ, ਇਹਦੀ ਜ਼ਮੀਨ ਆਪਾਂ ਨੱਪ ਲਈਏ, ਇਹ ਇਕੱਲੀ ਰਹਿ ਗਈ ਆ, ਮੁੰਡਿਆ ਫਲਾਣੇ ਨਾਲ ਵਿਆਹ ਨਾ ਦੇਈਏ। ਕੋ ਸਤਨਾਮ। ਲੋਕ ਪੁੱਠੀ ਨਜ਼ਰ ਦੇਖਦੇ ਆ ਇਸਤਰੀ ਨੂੰ। ਇਸੇ ਤਰ੍ਹਾਂ ਆਤਮਾ ਦਾ ਇਹ ਹਾਲ ਹੈ ਤੇ ਇਸੇ ਤਰ੍ਹਾਂ ਸਿੱਖ ਦਾ, ਮਨੁੱਖ ਦਾ ਗੁਰੂ ਬਿਨਾਂ ਇਹ ਹਾਲ ਹੈ। ਉਹ ਬੀਬੀ ਕਹਿਣ ਲੱਗੀ, ਕਬੂਤਰੀ ਕਹਿਣ ਲੱਗੀ, ਮਹਾਰਾਜ ਨਾਰੀ ਦਾ ਪਤੀ ਤੋਂ ਬਗੈਰ ਸਰੀਰ ਨਰਕਾਂ ਵਰਗਾ ਹੁੰਦਾ ਹੈ, ਪੁਰਖ ਤੋਂ ਬਗੈਰ ਮੈਂ ਕਿਸ ਕੰਮ ਨਹੀਂ ਹੈ ਤੈਥੋਂ ਬਿਨਾ। ਤਾਂ ਉਹ ਕਬੂਤਰ ਕਹਿਣ ਲੱਗਿਆ, ਨਹੀਂ ਭਗਵਾਨੇ, ਇਹ ਗੱਲ ਇਹ ਵੀ ਹੈ ਕਿ ਜਿਹੜੇ ਘਰ ਵਿੱਚ ਇਸਤਰੀ ਨਾ ਹੋਵੇ ਉੱਥੇ ਆਉਣ ਵਾਲੇ ਯਾਤਰੀ ਭੁੱਖੇ ਜਾਂਦੇ ਆ। ਕੋ ਸਤਨਾਮ ਸ੍ਰੀ ਵਾਹਿਗੁਰੂ। ਪ੍ਰੀਤਮ ਦਾ ਬਚਨ ਹੈ, ਗ੍ਰਹਿ ਸ਼ੋਭਾ ਜਾਂ ਕਹਿ ਰੇ ਨਾਹੇ, ਆਵਤ ਪਹੀਆ ਖੁਦੈ ਜਾਹੇ। ਹੁਣ ਗ੍ਰਹਿ ਸ਼ੋਭਾ, ਘਰ ਦੀ ਸ਼ੋਭਾ ਦੋ ਚੀਜ਼ਾਂ ਨੇ। ਇੱਕ ਅਰਥੇ ਦਾ ਕਰਦੇ ਆ, ਜੇ ਘਰੇ ਮਾਇਆ ਹੈ ਨਹੀਂ ਤੇ ਆਉਣ ਵਾਲੇ ਯਾਤਰੀ ਭੁੱਖੇ ਜਾਣਗੇ। ਪਰ ਮਾਇਆ ਹੋਵੇ, ਆਟਾ ਪਿਆ ਹੋਵੇ, ਪਕਾਉਣਾ ਨਾ ਆਉਂਦਾ ਹੋਵੇ, ਇਸਤਰੀ ਘਰੇ ਨਾ ਹੋਵੇ ਤੇ ਤਾਂ ਵੀ ਭੁੱਖੇ ਜਾਣਗੇ। ਕੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਕਬੀਰ ਸਾਹਿਬ ਜੀ ਕਹਿੰਦੇ, ਜਿਸ ਇਸਤਰੀ ਤੁਸੀਂ ਨਿੰਦਦੇ ਹੋ, ਇਸ ਇਸਤਰੀ ਬਿਨਾਂ ਘਰ ਵੀ ਨਹੀਂ ਚੱਲਦਾ। ਬਾਬੇ ਨਾਨਕ ਨੇ ਵੀ ਕਿਹਾ, ਭੰਡ ਜੰਮੀਆ ਭੰਡ ਨਿਮੀਆ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹੋ ਖੈਰ। ਕਬੂਤਰ ਕਹਿਣ ਲੱਗਿਆ, ਭਗਵਾਨੇ ਇਸਤਰੀ ਬਿਨਾਂ ਘਰ ਸੁੰਨਾ ਹੋ ਜਾਂਦਾ ਹੈ। ਪੁਰਖ ਨੂੰ ਵੱਧ ਤੋਂ ਵੱਧ ਬਾਹਰ ਕੰਮ ਕਰਨਾ ਚਾਹੀਦਾ ਹੈ। ਉਹ ਬਾਹਰ ਕੰਮ ਕਰੇ, ਚਾਰ ਪੈਸੇ ਕਮਾ ਕੇ ਲਿਆਵੇ ਤੇ ਸੂਰਮਾ। ਜੇ ਘਰੇ ਬੈਠਾ ਰਵੇ ਤੇ ਐਵੇਂ ਖੁਆਰ ਹੁੰਦਾ ਹੈ, ਦੁਖੀ ਹੀ ਹੁੰਦਾ ਹੈ ਜੀ। ਜਵਲਤ ਅਗਨ ਮੈਂ ਗਿਰੇ ਕਪੋਤੇ। ਔਰ ਇਹ ਗੱਲ ਸੁਣਦਿਆਂ ਪੁੱਤਰ, ਗੁਰੂ ਗੋਬਿੰਦ ਸਿੰਘ ਜੀ ਬੱਚੇ ਨੂੰ ਕਹਿੰਦੇ, ਪੁੱਤਰ ਇਹ ਗੱਲ ਕਰਦਿਆਂ ਕਬੂਤਰੀ ਨੇ ਸੋਚਿਆ ਤਾਂ ਮੈਨੂੰ ਰੋਕੀ ਜਾਂਦਾ ਮਰਨ ਤੋਂ ਪਹਿਲਾਂ। ਉਹਦੀ ਗੱਲ ਵਿੱਚੇ ਸੀ, ਇਹਨੇ ਛਾਲ ਮਾਰੀ, ਉਸ ਭਾਂਬੜ ਦੇ ਵਿੱਚ ਡਿੱਗ ਪਈ ਜੀ। ਦੇਖ ਭੂਨੀ ਅਰਖਾਈ, ਤਵੈ ਕਪੋਤ ਵਿਚਾਰ ਉਠਾਈ। ਔਰ ਕਬੂਤਰ ਨੇ ਦੇਖਿਆ ਕਿ ਉਸ ਬੰਦੇ ਨੇ ਖਾ ਲਈ ਆ, ਉਹ ਭੁੱਜ ਗਈ, ਮਰ ਗਈ, ਖਾਣੀ ਸੀ ਉਹ, ਛਿਲ ਕੇ ਉਸਨੇ ਖਾ ਲਈ ਹੈ। ਕਬੂਤਰ ਸੋਚਣ ਲੱਗਿਆ, ਨਰਤਾ ਦੀਨ ਸਿਰ ਲੈ ਖਾਈ, ਅਰਧ ਸ਼ਦਤ ਰਹੇਗਾ ਅਰਗਾਈ। ਉਦੋਂ ਤਾਂ ਬੰਦਾ 2.5-3 ਸਿਰ ਖਾਂਦਾ ਸੀ ਰੋਟੀ। ਭੋਜਨ ਖੁਰਾਕ ਬੰਦੇ ਦੀ 2.5 ਸਿਰ ਮੰਨੀ ਗਈ ਹੈ ਪਿਛਲੇ ਸਮਿਆਂ ਦੇ ਵਿੱਚ।
ਕਬੂਤਰ ਸੋਚਣ ਲੱਗਿਆ ਹਜੇ ਅੱਧਾ ਭੁੱਖਾ ਯਾਰ, ਯਾਤਰੂ ਆ ਸਾਡੇ ਘਰੇ, ਪ੍ਰਾਹੁਣਾ ਆਇਆ, ਭੁੱਖਾ ਕਿਉਂ ਪਾਈਏ। ਅੱਧਾ ਤਾਂ ਰੱਜ ਗਿਆ ਪਰ ਹਜੇ ਅੱਧਾ ਭੁੱਖਾ ਹੈ। ਅਬ ਭੋਜਨ ਦੇ ਭੁੱਖਾ ਰੱਖੈ, ਨਰਕ ਪਰ ਦਾਤਾ ਸਰਤ ਭਾਖੈ। ਉਹ ਜਿਹੜਾ ਗ੍ਰਸਤੀ ਆਪਣੇ ਘਰੇ ਆਏ ਨੂੰ ਭੋਜਨ ਨਹੀਂ ਖਵਾ ਸਕਦਾ, ਉਹ ਵੀ ਨਰਕਾਂ ਨੂੰ ਜਾਂਦਾ ਹੈ। ਉਹ ਕਾਹਦਾ ਦਾਤਾ ਹੈ? ਪਰਮੇਸ਼ਰ ਦੇ ਘਰੇ ਉਸ ਨੂੰ ਝਿੜਕਾਂ ਪੈਂਦੀਆਂ। ਇਹ ਸ਼ਰੂਤੀ ਗ੍ਰੰਥ ਕਹਿੰਦੇ ਹਨ। ਤਬ ਤਜ ਮੋ ਅਗਨ ਮਹਿਗਰਿਓ, ਹੇਰ ਪਾਰ ਦੀ ਕੁਰ ਨਾ ਭਰਿਓ। ਤਾਂ ਗੁਰੂ ਪਿਆਰਿਓ ਕਹਿੰਦੇ ਇਹ ਦੇਖ ਕਰਕੇ, ਸੋਚ ਕਰਕੇ ਥੋੜਾ ਬੱਚਿਆਂ ਦਾ ਖਿਆਲ ਆਇਆ। ਫਿਰ ਖਿਆਲ ਕੀਤਾ ਵੀ ਬੱਚਿਆਂ ਨੂੰ ਪਾਲਣ ਵਾਲਾ ਪਰਮੇਸ਼ਰ ਹੈ, ਉਹ ਆਪੇ ਇਹਨਾਂ ਦਾ ਇੰਤਜ਼ਾਮ ਕਰੂਗਾ। ਇਹਨਾਂ ਸੋਚ ਕੇ ਕਬੂਤਰ ਨੇ ਵੀ ਉਸ ਭਾਂਬੜ ਵਿੱਚ, ਅੱਗ ਵਿੱਚ ਡਿੱਗਣਾ ਕੀਤਾ ਹੈ ਜੀ। ਤਨ ਤਨ ਇਹ ਖਗ ਤਨ ਧਰੇ, ਮਮ ਆਹਾਰ ਹਿਤ ਦੋਨੋਂ ਮਰੇ। ਔਰ ਹੁਣ ਉਹ ਮਨੁੱਖ ਖੁਸ਼ ਹੋ ਗਿਆ ਤੇ ਨਾਲੇ ਕਹਿੰਦਾ ਧੰਨ ਹੈ ਯਾਰ, ਇਹ ਜਾਨਵਰ ਕਿਤੇ ਮੇਰੇ ਵਾਸਤੇ ਮਰ ਗਏ ਆਪੇ ਹੀ। ਇਹਨਾਂ ਨੇ ਅੱਗ ਵਿੱਚ ਡਿੱਗ ਕੇ ਜਾਨ ਦੇ ਦਿੱਤੀ ਹੈ, ਸ਼ਾਇਦ ਮੇਰੇ ਭੋਜਨ ਵਾਸਤੇ ਮਰ ਗਏ। ਮੈਂ ਪਾਪੀ ਵੱਡ ਹੋ ਪਾਪ, ਬਿਨ ਸੋ ਤਨ ਮੋਹ ਸੋ ਤਜ ਆਪ। ਔਰ ਮੈਂ ਕਿੱਡਾ ਵੱਡਾ ਪਾਪੀ ਹਾਂ, ਮੇਰੇ ਪਿੱਛੇ ਇਹਨਾਂ ਜਾਨਵਰਾਂ ਨੇ ਆਪਣੀ ਜਾਨ ਦੇ ਦਿੱਤੀ ਹੈ ਤੇ ਮੈਂ ਆਪਣੇ ਸਰੀਰ ਨੂੰ ਬਚਾਉਣ ਵਾਸਤੇ ਇਹਨਾਂ ਨੂੰ ਖਾ ਗਿਆ। ਮੈਂ ਤਪ ਤਪ ਜੇ ਨਰ ਤਨ ਹੋਵਾਂ, ਇਨ ਮੈਂ ਕਹੈ ਪ੍ਰੇਮ ਹੁਕਮ ਬਹੁ ਰੋਵਾ। ਇਹਨਾਂ ਨੇ ਸਰੀਰ ਦਾ ਮੋਹ ਛੱਡ ਕੇ ਸਰੀਰ ਤਿਆਗ ਦਿੱਤਾ ਹੈ, ਅੱਗ ਵਿੱਚ ਡਿੱਗ ਕੇ ਮੇਰੇ ਭੁੱਖ ਮਾਰੀ ਆ। ਮਣਾ ਤੂੰ ਕਾਹਦਾ ਸ਼ਿਕਾਰੀਆਂ, ਕਾਹਦਾ ਬੰਦਾ? ਤੂੰ ਤਾਂ ਬੰਦਾ ਹੋ ਕੇ ਤਪੱਸਿਆ ਕਰਨੀ ਚਾਹੀਦੀ ਹੈ, ਤੈਨੂੰ ਭਜਨ ਕਰਨਾ ਚਾਹੀਦਾ। ਇੱਕ ਪੰਛੀਆਂ ਨੂੰ ਅਕਲ ਆ ਗਈ ਆ, ਤੈਨੂੰ ਅਕਲ ਨਹੀਂ ਆਈ ਹਜੇ। ਬੰਦੇ ਨੂੰ ਆਪਣੇ ਆਪ ਨੂੰ ਸੋਚ ਪੈਦਾ ਹੋਈ ਆ। ਮੈਂ ਤਪ ਤਪੋ ਜੇ ਨਰਤਨ ਹੋਵਾ, ਇਮ ਕੈ ਪ੍ਰੇਮ ਉਦਕ ਬਹੁ ਰੋਵਾ। ਤੇ ਉਹਦੇ ਅੰਦਰ ਪ੍ਰੇਮ ਦਾ ਉਛਾਲਾ ਉੱਠਿਆ। ਮਹਾਰਾਜ ਤਬ ਹੁਕਮ ਬਖਾਨਾ, ਹੇਠਾਂ ਆਨ ਪਠਿਓ ਬਿਆਨਾ। ਤਾਂ ਮਹਾਰਾਜ ਨੇ ਫਿਰ ਹੁਕਮ ਕੀਤਾ ਕਿ ਜਾਓ ਇਹ ਕਬੂਤਰ ਤੇ ਕਬੂਤਰੀ ਨੂੰ ਜਿਹੜਾ ਹੈ ਪਰਿਵਾਰ ਸਮੇਤ ਸੱਚਖੰਡ ਲੈ ਆਓ। ਸਹਿਤ ਕੁਟੁੰਬ ਕਬੂਤਰ ਚੜਿਓ, ਬਦਕ ਚੜਾਏ ਸੰਗ ਮੁਦ ਵਡਿਓ। ਕਹਿੰਦੇ ਉਹ ਕਬੂਤਰ ਕਬੂਤਰੀ ਤਾਂ ਮੁਕਤ ਹੋ ਹੀ ਗਏ, ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਗਏ। ਕਹਿੰਦੇ ਉਹ ਸ਼ਿਕਾਰੀ ਦਾ ਵੀ ਸਰੀਰ ਛਡਾ ਦਿੱਤਾ ਹੈ, ਉਹਦੀ ਰੂਹ ਨੂੰ ਵੀ ਲੈ ਗਏ ਸੱਚਖੰਡ ਨੂੰ। ਸੁਖ ਸਭ ਵਿਦ ਕੋ ਜਹਾਂ ਉਤਾਰਾ, ਬਸ ਕਰ ਭੋਗੇ ਅਨਕ ਪ੍ਰਕਾਰਾ। ਇਉਂ ਭਾਈ ਉਹਨਾਂ ਨੇ ਗ੍ਰਸਤੀ ਜੀਵਨ ਹੋਣ ਦਾ ਫਰਜ਼ ਨਿਭਾਇਆ ਹੈ। ਅਸੀਂ ਕਿਸੇ ਮੇਲਿਆਂ ਤੇ, ਕਿਸੇ ਗੁਰੂ ਪਿਆਰਿਓ ਸਮਾਗਮਾਂ ਦੇ ਤਾਂ ਲੰਗਰ ਚਲਾ ਦਿੰਦੇ ਆ, ਪਰ ਜੇ ਕਿਤੇ ਚਾਣ ਚੱਕ ਵੇਲੇ ਕੁ ਵੇਲੇ ਕੋਈ ਵਾਰ ਚ ਆ ਜੇ ਫਿਰ ਅਸੀਂ ਭੋਜਨ ਨਹੀਂ ਛਕਾਉਂਦੇ। ਕੋ ਸਤਨਾਮ। ਗੱਲ ਤਾਂ ਉਦੋਂ ਬਣਨੀ ਆ ਜਦੋਂ ਘਰੇ ਪ੍ਰਸ਼ਾਦਾ ਨਾ ਹੋਇਆ ਤੇ ਤੁਸੀਂ ਬਣਾ ਕੇ ਖਵਾਇਆ ਪਿਆਰ ਨਾਲ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲੰਗਰਾਂ ਦੀ ਪ੍ਰੀਖਿਆ ਲਈ ਸੀ। ਪਹਿਲੇ ਦਿਨ ਪੁੱਛਿਆ ਵੀ ਸਿੱਖੋ ਲੰਗਰ ਕਿਵੇਂ ਚੱਲਦੇ ਆ? ਬਾਬਾ ਜੀ ਬਹੁਤ ਵਧੀਆ ਚੱਲਦੇ ਆ। ਕਹਿੰਦੇ ਅੱਛਾ ਠੀਕ ਹੈ। 5-7 ਦਿਨ ਬਾਅਦ ਭੁੱਲ ਭੁਲਾ ਗਏ ਤੇ ਪਾਤਸ਼ਾਹ ਭੇਸ ਬਦਲ ਕੇ, ਸਾਧ ਜੀ ਦਾ ਭੇਸ ਧਾਰ ਕੇ, ਹੱਥ 'ਚ ਡੋਲੂ ਜਾਂ ਸਿਲਵਰ ਦਾ ਫੜ ਕੇ ਤੇ ਡੰਡਾ ਜਾਂ ਫੜ ਕੇ ਤੇ ਪਹੁੰਚ ਗਏ ਇੱਕ ਲਾਂਗਰੀ ਦੇ ਘਰੇ। ਪੈਸਾ ਥੋੜਾ ਲੰਗਰ ਦੇ ਦਿਓ। ਬਾਬਾ ਤੜਕੀ ਆ ਗਿਆ, ਅੱਜ ਤਾਂ ਚਾਹ ਨਹੀਂ ਪੀਤੀ। ਕਹੋ ਸਤਨਾਮ। ਹਜੇ ਨਹੀਂ ਲੰਗਰ ਮਿਲਦਾ। ਅੱਛਾ ਭਾਈ। ਦੂਜੇ ਦੇ ਘਰੇ ਗਏ, ਉਹ ਕਹਿੰਦੇ ਹਜੇ ਤਾਂ ਚਾਹ ਪੀ ਕੇ ਹਟੇ ਆ, ਹਜੇ ਤਾਂ ਦਾਲ ਧਰੀ ਆ, ਹਜੇ ਨਹੀਂ ਲੰਗਰ ਬਣਦਾ। ਭਾਵ ਅਨੰਦਪੁਰ ਸਾਹਿਬ ਦੇ ਵਿੱਚ ਲੋਕਾਂ ਨੇ ਘਰੋਂ ਘਰੀ ਵੀ ਲੰਗਰ ਚਲਾਏ ਸੀ। ਸੰਗਤ ਉੱਥੇ ਬਹੁਤ ਜ਼ਿਆਦਾ ਆਉਂਦੀ ਸੀ ਉਹਨਾਂ ਸਮਿਆਂ ਦੇ ਵਿੱਚ, ਤੇ ਸੇਵਾ ਕਰਨ ਵਾਸਤੇ ਸੰਗਤਾਂ ਨੂੰ ਵੰਡ ਕੇ ਘਰੋਂ ਘਰੀ ਲੈ ਜਾਂਦੇ। ਔਰ ਗੁਰੂ ਪਿਆਰੇ 5-7 ਦੇ ਕੋਲ ਗਏ, ਕੋਈ ਕਹਿੰਦਾ ਆਟਾ ਨਹੀਂ ਗੁੰਨਿਆ, ਕੋਈ ਕਹਿੰਦਾ ਦਾਲ ਨਹੀਂ ਰਿੱਝੀ ਹਜੇ, ਜੇ ਵੋ। ਭਾਈ ਨੰਦ ਲਾਲ ਜੀ ਗੋਇਆ ਉਹਦੇ ਘਰ ਚਲੇ ਗਏ, ਉਹਨੇ ਵੀ ਦਾਲ ਧਰੀ ਹੋਈ ਹੈ, ਆਟਾ ਗੁੰਨਿਆ ਪਿਆ। ਪਾਤਸ਼ਾਹ ਕਹਿਣ ਲੱਗੇ ਸਿੱਖਾ ਥੋੜਾ ਪ੍ਰਸ਼ਾਦਾ ਦੇ ਦੇ ਯਾਰ, ਭੁੱਖ ਲੱਗੀ ਆ, ਰਾਤ ਦਾ ਭੁੱਖ। ਮਹਾਰਾਜ ਬੈਠੋ ਬੈਠੋ, ਬਸ ਆ ਦਾਲ ਉਬਲੀ ਜਾਂਦੀ ਹੈ ਤੇ ਰੋਟੀ ਆਪਾਂ ਹੁਣ ਲਾ ਦਿੰਦੇ ਆ। ਸਤਿਕਾਰ ਸਹਿਤ ਉਹਨੂੰ ਪਛਾਣ ਉਹਨੂੰ ਵੀ ਨਹੀਂ ਆਈ ਵੀ ਗੁਰੂ ਸਾਹਿਬ ਨੇ। ਕਹਿਣ ਲੱਗਿਆ ਬੈਠੋ, ਬੜੇ ਪਿਆਰ ਨਾਲ ਬਿਠਾਇਆ। 10 ਮਿੰਟ ਪਾਤਸ਼ਾਹ ਬੈਠੇ, ਇਹ ਰੋਟੀ ਪਕਾਉਣ ਲੱਗਿਆ। ਪਾਤਸ਼ਾਹ ਕਹਿੰਦੇ ਯਾਰ ਛੱਡ ਤੂੰ, ਮੈਨੂੰ ਆਟਾ ਫੜਾ, ਮੇਰੇ ਨਾਲ ਦੇ ਕਈ ਸਾਥੀ ਆ ਸਾਧੂ ਤੇ ਗਾਂਹ ਟੱਪ ਜਾਣਗੇ, ਮੈਂ ਨਾਲ ਰਲਣਾ। ਆ ਦਾਲ ਜਿਹੋ ਜੀ ਕੱਚੀ ਪੀਲੀ ਡੋਲੂ ਚ ਪਾ ਦੇ। ਕਹੋ ਸਤਨਾਮ।
ਉਹਨੇ ਦਾਲ ਡੋਲੂ 'ਚ ਪਾਤੀ। ਬਹੁਤ ਬੇਨਤੀ ਕੀਤੀ ਕਿ ਨਹੀਂ ਮਹਾਰਾਜ ਐ ਤਾਂ ਠੀਕ ਨਹੀਂ, ਮੈਂ ਪਕਾ ਕੇ ਦੇ ਦੇਣਾ, 5 ਮਿੰਟ ਲੱਗਣੇ ਆ। ਕਹਿੰਦੇ ਨਹੀਂ ਆਹ ਹੀ ਦੇ ਦੇ, ਆਟਾ ਹੀ ਦੇ ਦੇ ਅੱਜ। ਤੇ ਉਹਦੇ ਅੱਧਾ ਕਿਲੋ ਆਟਾ ਉਹਨੇ ਭਲੇਟ ਕੇ ਕਾਗਜ਼ ਪੌਣੇ 'ਚ ਲਿਫਾਫੇ 'ਚ ਫੜਾ ਦਿੱਤਾ, ਦਾਲ ਡੋਲੂ 'ਚ ਪਾਤੀ। ਤੇ ਪਾਤਸ਼ਾਹ ਉੱਥੋਂ ਘਰੇ ਆ ਗਏ, ਭੇਸ ਬਦਲ ਲਿਆ। ਦੂਜਾ ਦਿਨ ਚੜ੍ਹਿਆ, ਦੀਵਾਨ ਸਜਿਆ। ਸਿੱਖੋ ਫਿਰ ਲੰਗਰ ਕਿਵੇਂ ਚੱਲਦੇ ਆ ਜੀ? ਵਧੀਆ ਚੱਲਦੇ ਆ। ਦੇਖ ਲਓ ਕੋਈ ਫਰਕ ਤਾਂ ਨਹੀਂ, ਕਿਸੇ ਨੂੰ ਝੜਕਦੇ ਤਾਂ ਨਹੀਂ ਗਏ। ਨਹੀਂ ਮਹਾਰਾਜ ਤੁਹਾਡੀ ਕਿਰਪਾ ਹੈ। ਕਹਿੰਦੀ ਆਟਾ ਕਿਹਦਾ ਹੈ? ਆਟਾ ਸਾਰੇ ਠਠੰਬਰ ਗਏ ਵੀ ਗੁਰੂ ਸਾਹਿਬ ਆਟਾ ਕਿਵੇਂ ਲਈ ਬੈਠੇ ਆ, ਭਲੇਟਿਆ ਹੋਇਆ, ਗੁੰਨਿਆ ਹੋਇਆ। ਕਹਿੰਦੀ ਆਟਾ ਕਿਹਦਾ ਇਹ? ਨੰਦ ਨਾਲ ਹੱਥ ਬੰਨ੍ਹ ਕੇ ਖੜਾ ਹੋ ਗਿਆ, ਮੂਹਰੇ ਬੈਠਾ ਸੀਗਾ। ਕਹਿੰਦਾ ਮਹਾਰਾਜ ਮਾਫ਼ ਕਰਿਓ, ਕੱਲ੍ਹ ਇੱਕ ਸਾਧ ਆਇਆ ਸੀ ਸਾਡੇ ਘਰੇ, ਮੈਂ ਬਹੁਤ ਮਿੰਨਤਾਂ ਕੀਤੀਆਂ ਸੀਗੀਆਂ ਵੀ ਮੈਂ ਪਕਾ ਕੇ ਦੇ ਦਿੰਦਾ ਯਾਰ, 10 ਮਿੰਟ ਬਹਿ ਜਾ। ਬਾਬਾ ਜੀ ਉਹ ਕਾਹਲੀ ਕਰਨ ਲੱਗ ਪਿਆ ਤੇ ਮੈਨੂੰ ਕਹਿੰਦਾ ਆਟਾ ਫੜਾ ਦੇ ਤੇ ਕੱਚੀ ਜੀ ਦਾਲ ਜਿਹੋ ਜੀ ਹੈਗੀ ਪਾ ਦੇ, ਮੈਂ ਜਾਣਾ, ਮੇਰੇ ਨਾਲ ਦੇ ਟੱਪ ਜਾਣਗੇ। ਮਾਫ਼ੀ ਚਾਹੁੰਦਾ ਮਹਾਰਾਜ, ਮੈਂ ਉਹਨੂੰ ਪਕਾ ਕੇ ਦੇ ਨਹੀਂ ਸਕਿਆ, ਉਹਨੇ ਪਕਾਉਣ ਨਹੀਂ ਦਿੱਤੀਆਂ। ਪਾਤਸ਼ਾਹ ਕਹਿੰਦੀ ਉਹ ਮੈਂ ਹੀ ਸੀਗਾ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਨੰਦ ਲਾਲ ਨੇ ਸੋਚਿਆ ਸ਼ਾਇਦ ਉਹ ਸਾਧੂ ਸ਼ਿਕਾਇਤ ਕਰ ਗਿਆ ਹੋਵੇ ਜਾਂਦਾ ਜਾਂਦਾ ਵੀ ਤੁਹਾਡੇ ਸਿੱਖ ਨੇ ਪ੍ਰਸ਼ਾਦਾ ਨਹੀਂ ਛਕਾਇਆ। ਪਾਤਸ਼ਾਹ ਕਹਿੰਦੇ ਉਹ ਮੈਂ ਹੀ ਸੀਗਾ। ਤੇ ਬਾਕੀ ਜਿੰਨੇ ਆ ਹੱਥ ਕਾਲੇ ਕਰਕੇ ਕਹਿਣਾ ਨਾ ਜੀ ਵਧੀਆ ਚੱਲਦੇ ਆ, ਵਧੀਆ ਚੱਲਦੇ ਆ, ਕਿਸੇ ਦਾ ਨਹੀਂ ਚੱਲਦਾ ਗਾ। ਦਰ 'ਤੇ ਆਏ ਵਿਚਾਰੇ ਲੋੜਵੰਦਾਂ ਨੂੰ ਝਿੜਕਦੇ ਹੋ, ਮਗਜੋ ਹਜੇ ਨਹੀਂ ਬਣੀ ਜੇ ਉਹ। ਬਸ ਫਿਰ ਤਾਂ ਸਾਰਿਆਂ ਦੇ ਕੰਨ ਖੁੱਲ੍ਹ ਗਏ ਵੀ ਕੱਲ੍ਹ ਬਾਬਾ ਜੀ ਆਏ ਸੀਗੇ ਪਤਾ ਲੈਣ ਵੀ ਲੰਗਰ ਕਿਵੇਂ ਚੱਲਦੇ ਹੈ। ਤੇ ਨੰਦ ਲਾਲ ਨੂੰ ਕਹਿੰਦੇ ਬਸ ਕੇਵਲ ਨੰਦ ਲਾਲ ਦਾ ਲੰਗਰ ਚੱਲਦਾ, ਹੋਰ ਕਿਸੇ ਦਾ ਲੰਗਰ ਨਹੀਂ ਚੱਲਦਾ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪੁੱਤਰਾ ਇਹ ਹੈ ਗ੍ਰਸਤੀ ਜੀਵਨ ਦਾ ਫਰਜ਼। ਗ੍ਰਸਤੀ ਹੋਵੇ ਤਾਂ ਇਹੋ ਜਿਹਾ ਹੋਵੇ। ਮਹਾਰਾਜ ਜੀ ਕਹਿਣ ਲੱਗੇ ਮਹਾਰਾਜ ਤਬ ਹੁਕਮ ਬਖਾਨਾ ਇੱਕ ਹੇਠਾ ਆਨਾ ਪਠਿਓ ਬੇਮਾਨਾ। ਕਹਿੰਦੀ ਉਸ ਪਰਮੇਸ਼ਰ ਨੇ ਬਿਮਾਨ ਭੇਜ ਕੇ ਦੋਨੇ ਪੰਛੀਆਂ ਨੂੰ ਅਤੇ ਉਸ ਸ਼ਿਕਾਰੀ ਨੂੰ ਵੀ ਸਰੀਰ ਛਡਾ ਕਰਕੇ ਉਸ ਦਾ ਤੇ ਉਹਨਾਂ ਦੀਆਂ ਰੂਹਾਂ ਨੂੰ ਆਪਣੇ ਸੱਚਖੰਡ ਲੈ ਗਏ ਜੀ। ਸਹਿਤ ਕਟੰਬ ਕਬੂਤਰ ਚੜਿਓ ਬਦਖ ਚੜਾਏ ਸੰਗ ਮੁੱਦ ਵਡਿਓ। ਔਰ ਕਬੂਤਰ ਵੀ ਆਪਣੇ ਪਰਿਵਾਰ ਸਮੇਤ ਚੜ ਗਿਆ ਅਤੇ ਸ਼ਿਕਾਰੀ ਦਾ ਵੀ ਉਧਾਰ ਕਰ ਦਿੱਤਾ ਸਤਿਗੁਰਾਂ ਨੇ। ਸੁਖ ਸਾਬਿਤ ਕੋ ਜਹਾਂ ਉਤਾਰਾ ਬਸ ਕਰ ਭੋਗੇ ਅਨਕ ਪ੍ਰਕਾਰਾ। ਔਰ ਉੱਥੇ ਜੋ ਸੱਚਖੰਡ ਦੇ ਫਿਰ ਆਨੰਦ ਹੈ ਇਹਨਾਂ ਨੇ ਉੱਥੇ ਭੋਗਣੇ ਕੀਤੇ। ਗੁਰੂ ਪਿਆਰਿਓ ਐਸੀ ਇੱਕ ਸ਼ੇਰ ਦੀ ਕਹਾਣੀ ਵੀ ਆਉਂਦੀ ਹੈ। ਇੱਕ ਸ਼ੇਰ ਮੀਂਹ ਪੈਂਦੇ ਵਿੱਚ ਆਪਣੇ ਘੋਰਨੇ 'ਚ ਬੈਠਾ ਹੈ। ਇੱਕ ਮਨੁੱਖ ਚੱਲਦਾ ਚੱਲਦਾ ਉਸ ਇਲਾਕੇ 'ਚ ਆ ਗਿਆ। ਉਹ ਵੀ ਜੰਗਲ ਵਿੱਚ ਸ਼ਿਕਾਰ ਖੇਡਣੀ ਗਿਆ ਹੋਣਾ ਹੈ। ਤੇ ਜਦੋਂ ਸ਼ੇਰ ਨੇ ਵੇਖਿਆ ਵੀ ਮਨੁੱਖ ਹੈ ਵਿਚਾਰਾ ਠੁਰ ਠੁਰ ਕੰਬੀ ਜਾਂਦਾ ਹੈ, ਤੇ ਜੇ ਮੈਂ ਇਹਦੇ ਸਾਹਮਣੇ ਆਇਆ ਤੇ ਇਹਨੇ ਡਰ ਵੀ ਜਾਣਾ ਹੈ। ਤੇ ਗੁਰੂ ਪਿਆਰਿਓ ਉਹ ਸ਼ੇਰ ਨੇ ਬੋਝ ਕੇ ਨੀਵੀਂ ਪਾ ਕੇ ਤੇ ਘੋਰਨਾ ਛੱਡ ਦਿੱਤਾ ਆਪਦਾ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਔਰ ਬਾਹਰ ਜਾ ਕੇ ਮੀਂਹ ਪੈਂਦੇ 'ਚ ਕਿਤੇ ਪੈ ਗਿਆ ਲੰਬਾ, ਗੜੇ ਵੀ ਪੈਂਦੇ ਰਹੇ, ਮੀਂਹ ਵੀ ਪੈਂਦਾ ਰਿਹਾ ਸ਼ੇਰ ਦੇ ਉੱਤੇ। ਉਸ ਮਨੁੱਖ ਨੇ ਘੋਰਨੇ 'ਚ ਲੁਕ ਕੇ ਰਾਤ ਕੱਟੀ ਤੇ ਸ਼ੇਰ ਗੜਿਆਂ ਨਾਲ ਮਰ ਗਿਆ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਤੜਕੇ ਨੂੰ ਉਹ ਸ਼ੇਰ ਮਰ ਗਿਆ, ਸਰੀਰ ਛੱਡ ਗਿਆ। ਉਹ ਸ਼ੇਰ ਨੂੰ ਵੀ ਪਰਮੇਸ਼ਰ ਨੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਆ। ਅਸੀਂ ਬੰਦੇ ਹੋ ਕੇ ਨਹੀਂ ਇਹ ਕੰਮ ਕਰ ਸਕਦੇ। ਕਈ ਪੰਛੀ ਜਾਨਵਰ ਵੀ ਇਹੋ ਜਿਹਾ ਕੰਮ ਕਰ ਜਾਂਦੇ ਹੈ। ਅੱਜ ਤਾਂ ਸਾਡੇ ਕੋਲ ਮੀਡੀਆ ਹੈ, ਅਸੀਂ ਕਈ ਵਾਰੀ ਇਹੋ ਚੀਜ਼ਾਂ ਮੋਬਾਈਲ 'ਤੇ ਵੇਖਦੇ ਹਾਂ ਨਾ, ਤੇ ਫਿਰ ਲਿਖਿਆ ਹੁੰਦਾ ਨਾਲ ਵੀ ਯਾਰ ਬੰਦਿਆਂ ਨਾਲੋਂ ਤਾਂ ਜਾਨਵਰ ਹੀ ਇਮਾਨਦਾਰ ਹੈ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਆਪਣੇ ਮਾਲਕ ਦੀ ਰਕਸ਼ਾ ਕਰ ਜਾਂਦੇ ਆ। ਕਈ ਵਾਰੀ ਕੁੱਤਿਆਂ ਵਿੱਚ ਇੰਨੀ ਇਮਾਨਦਾਰੀ ਹੈ, ਆਪਣੇ ਮਾਲਕ ਦੀ ਰਕਸ਼ਾ ਕਰ ਜਾਂਦੇ ਆ। ਤੋ ਬੰਦੇ ਨੂੰ ਇਹ ਚਾਹੀਦਾ ਸੀਗਾ, ਬੰਦਾ ਹੋਏ ਸੋ ਬੰਦਗੀ ਗਹਿ, ਬੰਦਕ ਹੋਏ ਬੰਦ ਸੁਧ ਲਹੈ। ਕਹਿਣ ਲੱਗੇ ਬੰਦਾ ਇਸ ਸਰੀਰ ਵਿੱਚ ਰਹਿੰਦਾ ਹੋਇਆ ਬੰਦਗੀ ਕਰੇ ਤੇ ਬੰਦਕ ਹੋਏ ਬੰਦ ਸੁਧ ਲਹੈ। ਇਹ ਸ੍ਰਿਸ਼ਟੀ ਦਾ ਮਾਲਕ ਬਣਾ ਕੇ ਭੇਜਿਆ, ਸ੍ਰਿਸ਼ਟੀ ਦੀ ਖਬਰ ਵੀ ਲਵੇ। ਕੁਦਰਤ ਵਿੱਚ ਪਰਮੇਸ਼ਰ ਵਸਦਾ ਹੈ। ਕੁਦਰਤ ਦੀ ਸੇਵਾ ਸੰਭਾਲ ਦੀ ਡਿਊਟੀ ਵੀ ਬੰਦੇ ਦੀ ਲਾਈ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ,
ਅਬ ਤੂੰ ਸੀਜ ਭਾਵੈ ਨਹੀਂ ਸੀਜੈ ਕਾਰ ਸਵਰੇ ਮਨ ਪ੍ਰਭ ਧਿਆਈ ਜਾ। ਇੱਕ ਉਹ ਵੀ ਬੰਦੇ ਹੈ ਜਿਹੜੇ ਰਾਜੇ ਬਣ ਕੇ ਮੰਤਰੀ ਬਣ ਕੇ, ਅੱਜ ਕੱਲ੍ਹ ਮੰਤਰੀ ਸੰਤਰੀ ਪ੍ਰਧਾਨ ਮੰਤਰੀ ਹੁੰਦੇ ਆ, ਪਹਿਲਾਂ ਰਾਜੇ ਹੁੰਦੇ ਸੀ। ਕਾਰੂ ਵਰਗੇ ਰਾਜੇ ਹੋਏ, ਅਹਿਮਦ ਸ਼ਾਹ ਅਬਦਾਲੀ ਵਰਗੇ ਹੋਏ, ਔਰੰਗਜ਼ੇਬ ਵਰਗੇ ਹੋਏ, ਅੱਜ ਦੇ ਵਰਤਮਾਨ ਦੇ ਰਾਜੇ। ਇੱਕ ਉਹ ਵੀ ਰਾਜੇ ਆ ਜਿਹੜੇ ਜਨਤਾ ਨੂੰ ਦੁੱਖ ਦੇ ਜਾਂਦੇ ਆ, ਤੇ ਇੱਕ ਉਹ ਜਾਨਵਰ ਹੈ ਜਿਹੜੇ ਜਨਤਾ ਦੇ ਸੁੱਖ ਪਿੱਛੇ ਜਾਨਾਂ ਵਾਰ ਜਾਂਦੇ ਆ। ਕੋਈ ਸਤਨਾਮ। ਫਿਰ ਚੰਗਾ ਕੌਣ ਹੋਇਆ? ਮੇਰੇ ਪ੍ਰੀਤਮ ਜੀ ਕਹਿੰਦੇ ਪੁੱਤਰਾ, ਜੇ ਗ੍ਰਸਤੀ ਬਣਨਾ ਤੇ ਇਹੋ ਜਿਹਾ ਬਣਨਾ ਪੈਣਾ ਹੈ। ਸੁਣ ਲੜਕੇ ਇਹ ਮਾਰਗ ਦੋਏ, ਤੋਹਿ ਸੰਗ ਹਮ ਬੂਝਤ ਸੋਏ। ਔਰ ਤੈਨੂੰ ਅਸੀਂ ਇਹ ਦੋਨੇ ਰਸਤੇ ਦੱਸ ਦਿੱਤੇ ਆ। ਹੁਣ ਤੂੰ ਦੱਸ ਵੀ ਤੂੰ ਸਾਧ ਬਣਨਾ ਕਿ ਗ੍ਰਸਤੀ ਬਣਨਾ ਹੈ। ਤੋਹੇ ਹਿਰਦੈ ਕਹੋ ਕੌਣ ਪਸੰਦਾ, ਜਿਸ ਤੇ ਚਾਹਤ ਸ੍ਰੇਹ ਬਲੰਦਾ। ਮੁਕਤੀ ਦੋਨਾਂ ਜੀਵਨਾਂ 'ਚ ਹੀ ਹੈ। ਮੁਕਤੀ ਤਿਆਗੋ ਦੇਣ ਕਰਨ 'ਚ ਵੀ ਹੈ, ਤੇ ਮੁਕਤੀ ਗ੍ਰਸਤੀ ਜੀਵਨ ਸਹੀ ਢੰਗ ਨਾਲ ਨਿਭਾਉਣ 'ਚ ਵੀ ਹੈ। ਨਾ ਸੁੱਖ ਵਿੱਚ ਗ੍ਰਸਤ ਦੇ, ਨਾ ਸੁੱਖ ਛੱਡ ਗਿਆ, ਦੋਨਾਂ ਥਾਵਾਂ ਤੇ ਦੁੱਖ ਵੀ ਹੈ। ਜੇ ਚਾਦਰ ਛੋਟੀ ਹੋਵੇ ਤੇ ਪੈਰ ਬਾਹਰ ਨਿਕਲ ਜਾਣਗੇ, ਇਸ ਕਰਕੇ ਚਾਦਰ ਵੇਖ ਕੇ ਪੈਰ ਪਸਾਰੋਗੇ ਤਾਂ ਗ੍ਰਸਤੀ ਜੀਵਨ ਵੀ ਸੁਖਦਾਈ ਹੋ ਸਕਦਾ। ਕੋਈ ਸਤਨਾਮ। ਜੇ ਅਸੀਂ ਗੁਆਂਢੀਆਂ ਦੀਆਂ ਚਾਦਰਾਂ ਵੇਖ ਕੇ ਪੈਰ ਪਸਾਰਾਂਗੇ ਤੇ ਫਿਰ ਤਾਂ ਦੁਖਦਾਈ ਜੀਵਨ ਹੈ। ਨਾ ਦੁੱਖ ਨਾ ਸੁੱਖ ਵਿੱਚ ਗ੍ਰਸਤ ਦੇ, ਤੇ ਨਾ ਸੁੱਖ ਛੱਡ ਗਿਆ। ਕਈ ਸਾਧ ਬਣ ਗਏ, ਜੰਗਲਾਂ ਵਿੱਚ ਚਲੇ ਗਏ। ਹੁਣ ਜਦੋਂ ਗ੍ਰਸਤੀਆਂ ਨੂੰ ਆਨੰਦਮਈ ਜੀਵਨ ਕਰਦੇ ਵੇਖਦੇ ਆ, ਉਹ ਸੋਚਦੇ ਯਾਰ ਆਪਾਂ ਵੀ ਗਲਤੀ ਕੀਤੀ, ਆਪਾਂ ਵਿਆਹ ਹੀ ਕਰਾ ਲੈਂਦੇ, ਵਧੀਆ ਰਹਿੰਦੇ। ਪਰ ਗੁਰੂ ਸਾਹਿਬ ਕਹਿੰਦੇ ਸੁੱਖ ਕਿੱਥੇ ਹੈ? ਦੋਨੇ ਦੁਖੀ ਆ ਇੱਕ ਦੂਜੇ ਨੂੰ ਵੇਖ ਕੇ। ਨਾ ਸੁੱਖ ਵਿੱਚ ਗ੍ਰਸਤ ਦੇ, ਨਾ ਸੁੱਖ ਛੱਡ ਗਿਆ। ਸੁੱਖ ਹੈ ਵਿੱਚ ਵਿਚਾਰ ਦੇ, ਸਤਿਗੁਰ ਸ਼ਰਨ ਪਿਆ। ਗਿਆਨ ਦੇ ਨਾਲ ਜੀਵਨ ਬਤੀਤ ਕਰੀਏ ਤਾਂ ਸਾਧੂ ਵੀ ਸੁਖੀ ਤੇ ਗ੍ਰਸਤੀ ਵੀ ਸੁਖੀ। ਨਹੀਂ ਤਾਂ ਉਹ ਸਾਧੂ ਵੀ ਕਈ ਜੇਲ੍ਹਾਂ 'ਚ ਬੈਠੇ ਹੈ ਜਿਨ੍ਹਾਂ ਨੇ ਗਿਆਨ ਤੋਂ ਕੰਮ ਨਹੀਂ ਲਿਆ, ਆਪਣੇ ਬਾਣੇ ਦੀ ਵੀ ਲਾਜ ਨਹੀਂ ਰੱਖੀ। ਕੋ ਸਤਨਾਮ। ਤੇ ਉਹ ਗ੍ਰਸਤੀ ਵੀ ਦੁਖੀ ਹੈ ਜਿਹੜੇ ਗੁਰੂ ਪਿਆਰਿਓ ਬਿੱਤੋਂ ਵੱਧ ਕਿਸੇ ਅਮੀਰਾਂ ਦੀ ਰੀਸ ਕਰਕੇ ਅੱਡੀਆਂ ਚੱਕ ਕੇ ਆਪਣੇ ਬੱਚਿਆਂ ਦੇ ਵਿਆਹਾਂ ਸ਼ਾਦੀਆਂ ਤੇ ਮਰਨਿਆਂ ਪਰਨਿਆਂ ਤੇ ਲੋਨ ਚੱਕ ਕੇ, ਗਹਿਣਾ ਚੱਕ ਕੇ, ਪੈਸੇ ਲੈ ਕੇ, ਉਧਾਰੇ ਲੈ ਕੇ ਜਿਹੜੇ ਫਿਰ ਉਹ ਖਰਚੇ ਕਰਦੇ ਆ। ਵੀ ਸ਼ਰੀਕਾ ਕੀ ਕਹੂਗਾ, ਸਾਡਾ ਨੱਕ ਨਹੀਂ ਰਹਿਣਾ। ਨੱਕ ਰੱਖਦੇ ਰੱਖਦੇ ਧੌਣਾ ਵੀ ਕਟਾ ਜਾਂਦੇ ਆ। ਕੋਈ ਸਤਨਾਮ। ਜੀਵਨ ਬਰਬਾਦ ਹੋ ਜਾਂਦਾ। ਇਸ ਕਰਕੇ ਗਿਆਨ ਦੇ ਵਿੱਚ ਹੀ ਸੁੱਖ ਹੈ। ਪ੍ਰੀਤਮ ਜੀ ਕਹਿੰਦੇ ਤੈਨੂੰ ਦੋਨੇ ਚੀਜ਼ਾਂ ਦੱਸਤੀਆਂ, ਹੁਣ ਤੂੰ ਦੱਸ ਵੀ ਤਿਆਗੀ ਬਣਨਾ ਕਿ ਗ੍ਰਸਤੀ ਬਣਨਾ ਹੈ। ਯਤਨ ਖਵਾਨ ਹੋਣ ਕੇ ਜਾਨੋ, ਭੇਖਾਨੇ ਕਬ ਬੇਕਹਿ ਹਾਨੋ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ ਤਾਂ ਫਿਰ ਖੁਆਰ ਹੋਣਾ ਹੀ ਹੈ ਜ਼ਿੰਦਗੀ 'ਚ। ਅਨੇਕਾਂ ਭੇਖ ਧਾਰੀ ਵੀ ਗਿਆਨ ਤੋਂ ਬਿਨਾਂ ਦੁਖੀ ਹੈ। ਕਿਤਨੇ ਭੇਖ ਧਾਰੀ ਆ? ਬਾਬਾ ਜੀ ਕਹਿੰਦੇ ਗਿਣਤੀ ਕੋਈ ਨਹੀਂ। ਸ਼ਰਾਬਕ ਸੁਧ ਸਮੂਹ ਸਿਧਾਨ ਕੈ, ਦੇਖ ਫਿਰਿਓ ਕਰ ਜੋਗ ਜਤੀ ਕੇ। ਸੋਠ ਸੁਰਾਰਦਨ ਸੁਧ ਸੁਧਾਰਕ, ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ, ਕੋ ਨਾ ਦੇਖੀਅਤ ਪ੍ਰਾਨਪਤੀ ਕੇ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਪਰਮੇਸ਼ਰ ਦੀ ਕਿਰਪਾ ਤੋਂ ਬਗੈਰ ਇਹ ਮਨੁੱਖ ਦਾ ਜੀਵਨ ਕੈਸਾ ਹੈ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਇੱਕ ਰੱਤੀ ਬਿਨ ਇੱਕ ਰੱਤੀ ਕੇ। ਇੱਕ ਤੋਲੇ 100 ਰੱਤੀਆਂ ਹੁੰਦੀਆਂ, 96 ਹੁੰਦੀਆਂ ਵੈਸੇ, ਚਲੋ 100 ਮੰਨ ਲਓ। ਕਹਿੰਦੇ ਤੂੰ 100% ਚੋਂ 1% ਵੀ ਤੇਰਾ ਜੀਵਨ ਵਧੀਆ ਨਹੀਂ ਹੋ ਸਕਦਾ ਜੇ ਤੂੰ ਮਾਲਕ ਦੇ ਦੱਸੇ ਰਸਤੇ ਤੇ ਨਾ ਚੱਲਿਆ। ਕੋ ਸਤਨਾਮ। ਮੇਰੇ ਪ੍ਰੀਤਮ ਜੀ ਕਹਿੰਦੇ ਪੁੱਤਰਾ ਹੁਣ ਤੂੰ ਦੱਸ ਗ੍ਰਸਤੀ ਬਣਨਾ ਕਿ ਸਾਧੂ ਬਣਨਾ? ਗ੍ਰਸਤੀ ਅਪਰ ਸਾਧਕ ਪੀ ਕਣੇ, ਕੋ ਪੂਰਾ ਉਤਰੈ ਹਿਤ ਸਮੇ। ਗਿਆਨਹੀਨ ਗ੍ਰਸਤੀ ਵੀ ਬਥੇਰੇ ਸਾਧ ਬਣ ਜਾਂਦੇ ਐ। ਕਈ ਵਾਰੀ ਆਮ ਕਹਾਵਤ ਹੈ ਨਾ, ਭਾਦੋਂ ਦੇ ਭਜਾਏ ਵਿਚਾਰੇ ਜੱਟ ਵੀ ਸਾਧ ਬਣ ਜਾਂਦੇ ਆ। ਭਾਦੋਂ ਦੇ ਮਹੀਨੇ ਵਿੱਚ ਨਰਮੇ ਦੀ ਫਸਲ ਵਿੱਚ ਜਦੋਂ ਗੋਡੀ ਕਰਦੇ ਆ ਨਾ, ਜੇ ਤਾਂ ਹਵਾ ਖੜ ਗਈ ਤਾਂ ਮੁੜਕੋ ਮੁੜਕੀ ਸਰੀਰ, ਤੇ ਜੇ ਹਵਾ ਚਾਲੀ ਤੇ ਠੁਰ ਠੁਰ ਕਰਨ ਲੱਗ ਜਾਂਦਾ ਬੰਦਾ। ਕੋ ਸਤਨਾਮ। ਭਾਵ ਇਹ ਮਨੁੱਖਾ ਜੀਵਨ ਜਿਹੜਾ ਹੈ ਕਿਵੇਂ ਸੁਖੀ ਹੋ ਸਕਦਾ ਹੈ? ਬਹੁਤ ਸਾਰੇ ਗ੍ਰਸਤੀ ਵੀ ਸਾਧ ਬਣ ਜਾਂਦੇ ਨੇ, ਪਰ ਪੂਰਾ ਕੋਈ ਬਿਰਲਾ ਹੀ ਉਤਰਦਾ ਹੈ। ਗੁਰ ਦੀਵਾਨ ਮੈਂ ਤੂੰ ਸੱਚ ਪਾਖੋ, ਕਿਆ ਮਾਨੋ ਕੋ ਕਰਨ ਪਿਲਾਖੋ। ਜਿਵੇਂ ਆਪਾਂ ਕਹਿੰਦੇ ਆ ਗੁਰੂ ਘਰ 'ਚ ਬੈਠੇ ਆ, ਆਪਾਂ ਝੂਠ ਨਾ ਬੋਲਿਓ, ਤੇ ਪਾਤਸ਼ਾਹ ਕਹਿੰਦੇ ਗੁਰੂ ਕੋਲੇ ਬੈਠਾ ਹੁਣ ਤੂੰ ਝੂਠ ਨਾ ਬੋਲੀ, ਦੱਸ ਕੀ ਬਣੇਗਾ। ਜੇ ਚਾਹ ਜੁਗ ਜਗਤ ਮਝਾਰਾ, ਸਭ ਕੋ ਹੈ ਕਬੀਰ ਸਰਦਾਰਾ। ਜੇ ਭਗਤੀ ਕਰਨੀ ਹੈ
ਤੇ ਫਿਰ ਭਗਤ ਕਬੀਰ ਵਰਗਾ ਬਣ ਜਾ। ਕਹੋ ਸਤਨਾਮ ਸ੍ਰੀ ਸ੍ਰੀ ਵਾਹਿਗੁਰੂ। ਭਗਤ ਕਬੀਰ ਵਰਗਾ ਬਣ ਜਾ। ਕਬੀਰ ਸਾਹਿਬ ਜੀ ਕਹਿੰਦੇ ਹਨ, ਕਬੀਰਾ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ। ਭਾਵ ਜਿਹੋ ਜਿਹੇ ਆਪਾਂ ਆਏ ਸੀ ਜੇ ਕਿਤੇ ਉਹੇ ਜਿਹੇ ਚਲੇ ਜਾਈਏ। ਮੀਰ ਮਨੂੰ ਦੀ ਜੇਲ੍ਹ ਅੰਦਰ ਜਿਨ੍ਹਾਂ ਬੀਬੀਆਂ ਨੇ ਸਵਾ ਸਵਾ ਮਣ ਦੇ ਪੀਸਨੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਆਪਣੇ ਛੋਟੇ ਛੋਟੇ ਬੱਚਿਆਂ ਦੀਆਂ ਲਾਸ਼ਾਂ ਦੇ ਟੁਕੜੇ ਬਣਾ ਕੇ ਹਾਰ ਬਣਾ ਕੇ ਗੜਾਂ 'ਚ ਪਵਾਏ। ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਬੀਬੀਆਂ ਨੂੰ ਪੁੱਛਿਆ ਗਿਆ ਮਨੂੰ ਵੱਲੋਂ। ਪਹਿਲਾਂ ਤਾਂ ਉਸ ਨੇ ਉਹਨਾਂ ਤੋਂ ਸਾਰਾ ਦਿਨ ਕੰਮ ਕਰਾਇਆ, ਫੌਜ ਵਾਸਤੇ ਚੱਕੀਆਂ ਪਿਸਵਾਈਆਂ। ਉਦੋਂ ਆ ਬਿਜਲੀ ਵਾਲੀ ਚੱਕੀ ਨਹੀਂ ਸੀ ਹੁੰਦੀ, ਛੋਟੀਆਂ ਚੱਕੀਆਂ ਹੁੰਦੀਆਂ। ਆਥਣ ਤੱਕ ਜਿੰਨਾ ਕਾਠਾ ਹੱਥ ਨਾਲ ਪੀਸਿਆ ਜਾਂਦਾ ਪੀਸ ਲੈਂਦੇ, ਨਹੀਂ ਖਾਣ ਜੋਗਾ ਪੀ ਲੈਂਦਾ ਅਗਲਾ। ਜਦੋਂ ਸ਼ਾਮਾਂ ਨੂੰ ਬੀਬੀਆਂ ਨੇ ਅਰਦਾਸ ਕੀਤੀ ਨਾ, ਉਹ ਵੀ ਗ੍ਰਸਤੀ ਬੱਚਿਆਂ ਦੀਆਂ ਮਾਵਾਂ ਸੀ, ਬੀਬੀਆਂ ਗ੍ਰਸਤੀ ਜੀਵਨ ਵਾਲੀਆਂ ਸਨ। ਉਹਨਾਂ ਨੇ ਅਰਦਾਸ ਕੀਤੀ ਸ਼ਾਮ ਨੂੰ, ਜਦੋਂ ਖੰਨੀ ਖੰਨੀ ਰੋਟੀ ਮਿਲੀ, ਮਹਾਰਾਜ ਅੱਜ ਦਾ ਦਿਨ ਜਿਹੜਾ ਸੀ ਤੁਹਾਡੀ ਕਿਰਪਾ ਨਾਲ ਸੁੱਖ ਨਾਲ ਬਤੀਤ ਹੋਇਆ, ਰਾਤ ਆਉਣ ਲੱਗੀ ਆ, ਕਿਰਪਾ ਕਰਿਓ। ਸਿਪਾਹੀ ਕਹਿੰਦੇ ਜਾ ਕੇ ਮਨੂੰ ਨੂੰ, ਜਿਹਦੇ ਬਾਰੇ ਆਮ ਕਹਾਵਤ ਹੈ, ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ, ਜਿਉਂ ਜਿਉਂ ਮਨੂੰ ਵੱਢਦਾ ਅਸੀਂ ਦੂਣੇ ਚਾਉਣੇ ਹੋਏ। ਸੋਏ ਦੀ ਫਸਲ ਹੀ ਐਸੀ ਹੈ, ਜੇ ਇਹਦੇ ਟੂਸੇ ਤੋੜ ਦਈਏ ਨਾ, ਆਪਾਂ ਇੱਕ ਤੋੜਦੇ ਹਾਂ ਉੱਤੋਂ ਚਾਰ ਹੋਰ ਨਿਕਲਦੇ ਆਉਂਦੇ ਆ। ਆਹ ਸਾਗ ਤੋੜਦਿਆਂ ਵੀ ਇੱਦਾਂ ਹੀ ਹੁੰਦਾ ਸਰੋਂ ਦੇ ਵਿੱਚ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਾਨੂੰ ਵੱਢਦਾ, ਅਸੀਂ ਚੌਗਣੇ ਵਧਾਂਗੇ, ਵੱਢ ਜਿੰਨੇ ਵੱਢਣਾ ਹੈ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਮਨੂੰ ਨੂੰ ਕਹਿੰਦੇ ਤਾਂ ਬੀਬੀਆਂ ਦੁੱਖ ਹੀ ਨਹੀਂ ਪਹੁੰਚਿਆ। ਸਾਰਾ ਦਿਨ ਚੱਕੀਆਂ ਪੀਸੀਆਂ, ਹੱਥ ਨੇ ਅੱਧੀ ਅੱਧੀ ਰੋਟੀ ਦਿੱਤੀ, ਭੁੱਖੀਆਂ ਰੱਖੀਆਂ, ਹਜੇ ਵੀ ਕਹਿੰਦੀਆਂ ਸੁੱਖ ਨਾਲ ਬਤੀਤ ਹੋਇਆ, ਕਹਿੰਦੇ ਕੱਲ੍ਹ ਨੂੰ ਦੇਖਾਂਗੇ। ਨਿੱਕੇ ਨਿੱਕੇ ਬੱਚੇ ਕੁਝ ਬੀਬੀਆਂ ਦੇ ਕੋਲ ਸਨ, ਇਹਨਾਂ ਨੇ ਬੱਚੇ ਖੋਹੇ ਤਾਹਾਂ ਵਗਾਏ, ਥੱਲੇ ਵਰਸ਼ੇ ਕਰਤੇ, ਬੱਚੇ ਪਰੋਏ ਗਏ, ਵਰਸ਼ਿਆਂ 'ਚ ਮਰ ਗਏ। ਥੱਲੇ ਰੱਖੇ, ਟੋਟੇ ਕਰਤੇ, ਬਾਹਾਂ ਅੱਡ, ਲੱਤਾਂ ਅੱਡ, ਸਿਰ ਅੱਡ, ਧੜ ਅੱਡ ਕਰਕੇ ਰੱਸੀ ਪਰੋਤੀ ਵਿੱਚ ਦੀ ਹਾਰ ਬਣਾਤਾ, ਬੀਬੀਆਂ ਨੇ ਗਲਾਂ 'ਚ ਪਾਤਾ। ਸਿਪਾਹੀ ਪੁੱਛਦੇ ਆ ਹੁਣ ਕਿਵੇਂ ਲੱਗਦਾ ਹੈ? ਉੱਥੇ ਮਾਈਆਂ ਨੇ ਆਹੀ ਬਚਨ ਕਿਹਾ, ਸ਼ੁਕਰ ਹੈ ਇਹ ਬੱਚੇ ਹੋ ਸਕਦਾ ਵੱਡੇ ਹੋ ਕੇ ਕੋਈ ਸਿੱਖੀ ਦੇ ਸਾਡੇ ਕੀਤੇ ਕਰਮ ਨੂੰ ਦਾਗ ਲਵਾ ਜਾਂਦੇ, ਚੰਗਾ ਹੋਇਆ ਬਚਪਨ ਵਿੱਚ ਹੀ ਚਲੇ ਗਏ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪਰਾ ਪੁੱਜੇ ਨਾ ਰਤਨ ਕਰੋੜ। ਇਹ ਬੱਚੇ ਵੀ ਸ਼ਹੀਦ ਹੈ ਕੌਮ ਦੇ। ਤੁਸੀਂ ਮਾਰੇ ਆ ਨਾ, ਕੋਈ ਆਤਮ ਹੱਤਿਆ ਕਰਕੇ ਤਾਂ ਨਹੀਂ ਨਾ ਮਰੇ, ਤੁਹਾਡੇ ਜ਼ਬਰ ਜ਼ੁਲਮ ਨਾਲ ਤੁਸੀਂ ਮਾਰੇ ਆ। ਇਹ ਵੀ ਸਾਡੀ ਕੌਮ ਦੇ ਬੱਚੇ ਵੀ ਸ਼ਹੀਦ ਹੋਣਗੇ ਵੱਡੇ। ਚੰਗਾ ਹੋਇਆ ਹੱਥ ਨੇ ਅਰਦਾਸ ਫਿਰ ਕਰਦੀਆਂ, ਅੱਜ ਦਾ ਦਿਨ ਸੁੱਖਾਂ ਨਾਲ ਬਤੀਤ ਹੋਇਆ ਹੈ, ਆਉਣ ਵਾਲਾ ਸਮਾਂ ਚਰਨਾਂ ਨਾਲ ਜੋੜ ਕੇ ਬਤੀਤ ਕਰਿਓ। ਪਾਤਸ਼ਾਹ ਜੀ ਕਹਿੰਦੇ ਗ੍ਰਸਤੀ ਹੋਵੇ ਤਾਂ ਐਦਾਂ ਹੋਵੇ, ਜੇ ਭਗਤ ਹੋਵੇ ਤੇ ਚਾਰਾਂ ਯੁੱਗਾਂ ਦੇ ਵਿੱਚ ਸੰਸਾਰ ਵਿੱਚ ਕਬੀਰ ਭਗਤ ਭਗਤਾਂ ਦਾ ਸਰਦਾਰ ਮੰਨਿਆ ਗਿਆ। ਭਗਤ ਕਬੀਰ ਸਾਹਿਬ ਜੀ ਦਾ ਸਰੀਰ ਵੀ ਨਹੀਂ ਸੀ ਮਿਲਿਆ ਬਾਬੇ ਨਾਨਕ ਵਾਂਗੂ, ਉਹ ਵੀ ਸਣੇ ਦੇ ਹੀ ਅਲੋਪ ਹੋ ਗਏ ਸੀ। ਕੋ ਸਤਨਾਮ ਸ੍ਰੀ ਵਾਹਿਗੁਰੂ। ਜਦ ਸਰੀਰ ਤਿਆਗਿਆ ਸੀਗਾ, ਹੀਰਾ ਕਿਸਕਾ ਬਾਪੜਾ। ਫਿਰ ਉਸ ਮਨੁੱਖ ਦਾ ਜੀਵਨ ਜਿਹੋ ਜਿਹਾ ਪਰਮੇਸ਼ਰ ਕੋਲੋਂ ਆਇਆ, ਦੁਨੀਆ ਵਿੱਚ ਕਿਸੇ ਨੂੰ ਦੁੱਖ ਨਾ ਦਿੰਦਾ ਹੋਇਆ ਜੀਵਨ ਬਤੀਤ ਕਰੇ, ਆਪਣੇ ਆਪ ਨੂੰ ਸਾਫ਼ ਲੈ ਜਾਵੇ, ਉਹਦਾ ਮੁੱਲ ਇੱਕ ਹੀਰਾ ਤਾਂ ਕੀ ਕਰੋੜਾਂ ਹੀਰੇ ਵੀ ਨਹੀਂ। ਹੀਰਾ ਕਿਸਕਾ ਬਾਪੜਾ ਪੁੱਜੇ ਨਾ ਰਤਨ ਕਰੋੜ। ਕਰੋੜਾਂ ਹੀਰਿਆਂ ਤੋਂ ਵੀ ਮਹਿੰਗਾ ਉਹਦਾ ਜੀਵਨ ਹੈ, ਜੇ ਕਿਤੇ ਐਦਾਂ ਸੰਸਾਰ ਚੋਂ ਜਾਣਾ ਕਰੇ ਜੀ। ਸਿੱਧ ਗ੍ਰਸਤ ਤਨ ਕਰ ਦਿਖਰਾਇਓ, ਬੀਜ ਜੋਗ ਵੀ ਕਰ ਦਿਖਰਾਇਓ। ਔਰ ਭਗਤ ਕਬੀਰ ਸਾਹਿਬ ਸਾਧ ਵੀ ਹੋਏ, ਭਗਤ ਵੀ ਹੋਏ ਤੇ ਗ੍ਰਸਤੀ ਵੀ ਹੋਏ। ਦੋਨੇ ਚੀਜ਼ਾਂ ਨਿਭਾ ਕੇ ਦਿਖਾਤੀਆਂ ਉਹਨਾਂ ਨੇ ਜ਼ਿੰਦਗੀ ਦੇ ਵਿੱਚ। ਗੁਰੂ ਪਿਆਰਿਓ, ਬੱਚੇ ਵੀ ਹੋਏ। ਇੱਕ ਦਿਨ ਘਰ ਦੇ ਵਿੱਚ ਚੋਰ ਆ ਗਿਆ ਤੇ ਚੋਰ ਰੌਲਾ ਪਾਉਂਦਾ, ਬਚਾਓ ਬਚਾਓ ਮਾਰੇ ਬਚਾਓ। ਕਹਿੰਦੇ ਕੀ ਹੋ ਗਿਆ? ਕੌਣ ਹੈ ਤੂੰ? ਅੱਧੀ ਰਾਤ ਦਾ ਸਮਾਂ। ਕਹਿੰਦਾ ਜੀ ਮੈਂ ਚੋਰ ਹਾਂ, ਮੈਂ ਚੋਰੀ ਕੀਤੀ ਸੀਗੀ, ਮਗਰ ਮੇਰੇ ਲੋਕ ਪੈ ਗਏ, ਮੈਨੂੰ ਕੁੱਟ ਕੇ ਮਾਰ ਦੇਣਗੇ, ਮਾਰੇ ਬਚਾਓ, ਕਿਰਪਾ ਕਰੋ। ਚੋਰ ਤੇ ਕਬੀਰ ਸਾਹਿਬ ਨੂੰ ਦਇਆ ਆਈ, ਕਹਿੰਦੇ ਵੀ ਇੱਦਾਂ ਕਰ, ਇੱਧਰ ਤਾਂ ਲੋਈ ਪਈ ਆ, ਉੱਧਰ ਕਮਾਲਾ ਤੇ ਨਹੁੰ ਪਏ ਨੇ, ਉਹ ਪਰਲੇ ਕਮਰੇ 'ਚ ਬੱਚੀ ਪਈ ਆ ਸਾਡੀ ਕਮਾਲੀ, ਉੱਥੇ ਜਾ ਕੇ ਪੈ ਜਾ। ਕਹੋ ਸਤਨਾਮ, ਬਚਾਉਣੇ ਆ ਤੈਨੂੰ। ਕਮਾਲੀ ਵਾਲੇ ਕਮਰੇ 'ਚ ਵੜ ਗਿਆ ਉਹ। ਇੰਨੇ ਬਾਹਰ ਵਾਲੇ ਆ ਗਏ, ਕਹਿੰਦੇ ਤੇਰੇ ਘਰੇ ਪੈੜ ਆਈ ਆ ਭਗਤਾ, ਚੋਰ ਆਇਆ ਤੇਰੇ ਘਰੇ। ਕਹਿੰਦੇ ਇੱਥੇ ਕੋਈ ਚੋਰ ਹੈ ਹੀ ਨਹੀਂ ਗਾ।
ਚੋਰ ਹੈ ਨਹੀਂਗਾ, ਚੋਰ ਵੜਿਆ ਤੇਰੇ ਘਰੇ ਆ ਤਲਾਸ਼ੀ ਦੇ। ਕਹਿੰਦੇ ਲੈ ਲਓ ਤਲਾਸ਼ੀ, ਇੱਧਰ ਮੇਰੀ ਲੋਈ ਪਈ ਆ, ਉਧਰ ਮੇਰਾ ਨੌਂ ਤੇ ਪੁੱਤ ਪਏ ਆ, ਪਰਲੇ ਕਮਰੇ ਮੇਰਾ ਜਵਾਈ ਤੇ ਮੇਰੀ ਕੁੜੀ ਪਏ ਆ। ਕਹੋ ਸਤਨਾਮ। ਜਵਾਈ ਅਸੀਂ ਪਿੰਡ 'ਚ ਰਹਿੰਦੇ ਹਾਂ, ਤੂੰ ਕੁੜੀ ਦਾ ਵਿਆਹ ਹੀ ਨਹੀਂ ਹਜੇ, ਕਹਿਣਾ ਵਿਆਹ ਤੀ। ਬਾਹਰ ਆ ਮੁੰਡਿਓ, ਬਾਹਰ ਆ ਗਏ ਦੋਨੇ, ਕਮਾਲੀ ਤੇ ਬੱਚਾ। ਕਹਿੰਦੇ ਇਹੀ ਤਾਂ ਚੋਰ ਹੈ। ਕਹਿੰਦੇ ਚੋਰ ਨਹੀਂ ਹੈ, ਮੇਰਾ ਜਵਾਈ ਹੈ। ਸੋਨੂੰ ਚੋਰ ਲੱਗਦਾ, ਉਹ ਮੇਰਾ ਜਵਾਈ ਹੈ ਇਹ। ਫਿਰ ਪਿੰਡ ਵਾਲੇ ਕੀ ਕਹਿਣ, ਕਹਿੰਦੇ ਤੂੰ ਆਪਣੀ ਇੱਜ਼ਤ ਖਰਾਬ ਕਰਤੀ, ਕੁੜੀ ਦੇ ਕਮਰੇ 'ਚ ਮੁੰਡਾ ਪਾਤਾ ਬਗਾਨਾ। ਉਹ ਕਹਿੰਦਾ ਵਿਆਹੁਣਾ ਹੀ ਸੀ ਨਾ ਕੁੜੀ ਨੂੰ, ਔਰ ਪਿੰਡ ਦੀ ਪੰਚਾਇਤ ਨੂੰ ਦੱਸਣਾ ਹੁੰਦਾ ਵੀ ਆਹ ਮੇਰਾ ਜਵਾਈ ਆ, ਮੇਰੀ ਲੜਕੀ ਆ। ਸੋਨੂੰ ਮੈਂ ਦੱਸਤਾ ਮੇਰਾ ਜਵਾਈ ਹੈ, ਹੋਰ ਮੈਂ ਕਰਨਾ। ਉੱਥੇ ਫਿਰ ਸ਼ਬਦ ਉਚਾਰਿਆ ਸੀ ਕਬੀਰ ਸਾਹਿਬ ਨੇ, ਕਹਿੰਦੇ ਆਪਦੀ ਇੱਜ਼ਤ ਖਰਾਬ ਕਰ ਲਈ। ਕਹਿੰਦੇ ਪਾਤੀ ਅਪੱਤ ਤਾਕੀ ਨਹੀਂ ਲਾਜ। ਉਹ ਇੱਥੇ ਤਾਂ ਕਾਹਦੀ ਇੱਜ਼ਤ ਵੇਚਤੀ ਹੈ, ਪਤਾ ਤਾਂ ਉਹਦੇ ਲੱਗੂ ਜਿੱਦੇ ਜਮਦੂਤਾਂ ਦੇ ਕੋਲ ਧਰਮਰਾਜ ਕੋਲ ਹਿਸਾਬ ਦੇਣਾ ਪਿਆ। ਕਹੋ ਸਤਨਾਮ। पाती अपत ताकि नहीं लाज, तब जानोगे जब उगड़ेगो पाज। हम मूर्ख मूर्ख मन माही, हमरे खोज परो मत नाही। असी ठीक है, कमले हाँ, इज्जत खराब कर ली आपदी। तुसी साडे राह ते ना चलियो कि तुसी लड़कियां विआहुंदे नहीं गे, वो किहड़ा लड़के तुहाडे घरे रहिंदे हुंदे, वो भी बाहरों ही आउंदे आ। कहो सतनाम। तो इस करके गृहस्थी का जीवन जे साधु ते भगत दा ते गृहस्थी का जीवन निभाया ते फिर वो भगत कबीर जी होए है, जिन्हां दे वर्गे दुनिया विच होर कोई नहीं होए। सुन कर आनंद सिंह कर जोरे, कलगी तर के चरण नहोरे। ओ बच्चे ने बड़े प्यार नाल सतगुरां दे कोलों ही उपदेश सरवण कीता है। फिर हथ बन के कहना, दीन होए अनुसार बखान्यो, अब मैं बचन आप को मान्यो। हुण जे पहला पातशाह सीधा कहंदे भी नहीं तो जब ब्याह हो गया आपदी घर वाली संभाल, फिर तो लड़ाई बढ़ जाती ना। पातशाह जी ने ढंग नाल समझाते, दोने चीज़ां रखतियां सामने शीशे वांगू। कहन लग्या महाराज हुण तां मैं तुहाडा वचन मन्नूंगा, जिहड़ा तुहानूं सही लगदा मैनूं वो दे दिओ। सिख आपको आमन पावै, मोहडे गृहस्थ होण बण आवै। मैं तुहाडा सिख भी बना ते मैं गृहस्थी जीवन भी निभा सकां, ढंग दे नाल बच्चे नूं रस्ते पा लिया। मन बिरकत रहै तहूं कनेरा, सिथल अंग आलस बह तेरा। मारा मैं गृहस्थी जीवन भी निभाऊंगा, घर वाली नाल भी रहूंगा, पर मैंने तो कृपा कर दिओ कि मेरा मन त्यागी रहे, मेरा मन मोह ममता विच ना फसे। मन आवहगी मोइते जेती, करो सेव सिखण की तेती। मैथों भी जिन्ना क बन आवेगा मैं आप जी दे सिखां सेवकां दी रल के घर वाली नाल सेवा करांगा। सुनियो सुभाव आलसी जवै, बोले दया सिंध हस तवै। और कहन लग्या पर मन विच हुण उदासी बहुत आ गई आ, आलसी रहिंदा महाराज, कोई हुशियारी नहीं आउंदी मेरे शरीर दे विच, इस करके मैनूं गृहस्थी जीवन च रहूँगा पर महाराज सेवा पानी करदा रहूँगा। गोर हजूर की टहल के आ करया कर, जे तक पार पर होए तब सिर। पातशाह जी नूं जदों कहा मैनूं आलस बड़ी आ, हुण त्यागी हो गया ते दया सिंह दया दे सिंध भाव दया दे खजाने सतगुर कहंदे कोई गल नहीं, साडे कोले रह के सेवा करया कर, जिहड़ा तेरे सिर ते भार है ओह जद पवेगा। है ले है बांट गुरु के सोए, कारज कर कोथ रहे ना कोई। भाव तेरे घर दे विच किसी गल की घाट नहीं आऊगी। जे तू कहे कि मैथों कमाई नहीं हुंदी, कोई नहीं, साडियां सिख संगतां जल पानी का इंतजाम कर दिया करनगियां, तू गुरु घर च सेवा करया कर, तेरे घर च किसी चीज़ का घाटा नहीं रहन देंगे। जन्म पर बोलो हमरो जगै, अस की सेव करत तुम तवै। पातशाह कहंदी असी भी पूर्वले जन्म दे विच सीगे ते तू साडे घोड़े दी सेवा करया करदा सीगा। मंडू नाम तहे तिस काला, हम बोले निस महतव नाला। तेरा नाम मंडू हुंदा सीगा, एक दिन असी तैनूं कहा राख दुरंग
ਸੰਗਮ ਕੇਸ ਦਿਆਸ਼ੇ ਦੀਜੈ ਸਕਲ ਜਥਾ ਚਿਤ ਬਾਛੇ। ਮੈਂ ਤੈਨੂੰ ਉਦੋਂ ਕਿਹਾ ਸੀਗਾ ਪੁੱਤਰਾ ਘੋੜੇ ਦੀ ਨਿਗਾਹ ਰੱਖੀ, ਸਮਾਰ ਕੇ ਸੰਭਾਲ ਕਰ ਇਹਦੀ। ਸੁਨਤ ਪਾਕਤ ਝੂਠ ਵਿਚਾਰਾ ਦਾਨਾ ਕਾਸ ਬਾਤ ਮੈਂ ਡਾਰਾ। ਕਿ ਤੂੰ ਅੱਗੋਂ ਝੂਠ ਬੋਲਤਾ ਸੀਗਾ। ਹਾਂ ਹਾਂ ਮਹਾਰਾਜ, ਮੈਂ ਘੋੜੇ ਨੂੰ ਸਾਰੀ ਪੂਰੀ ਨਿਗਾਹ ਰੱਖਦਾ, ਦਾਣਾ ਘਾਹ ਪਾਉਣਾ। ਆਗੇ ਧਰਿਓ ਸੁਧਾਰ ਕਨੇਰਾ ਲਖ ਔਰ ਤੁਝ ਕੋ ਤਿਸ ਬੇਰਾ। ਔਰ ਤੂੰ ਘੋੜੇ ਅੱਗੇ ਕਿਹਾ ਕਿ ਮੈਂ ਬਹੁਤ ਘਾਹ ਦਾਣਾ ਪਾਉਣਾ ਜੀ, ਪਰ ਉਸ ਸਮੇਂ ਮੈਂ ਤੈਨੂੰ ਊਣਾ ਦੇਖਿਆ ਸੀਗਾ। ਇਸ ਵਿਸ਼ੇ ਤੇ ਪਾਤਸ਼ਾਹ ਕੀ ਸਮਝਾਉਂਦੇ ਆ ਬੱਚੇ ਨੂੰ, ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ ਤੇ ਇੱਥੇ ਰੋਕਣ ਦੀ ਆਗਿਆ ਬਖਸ਼ੋ। ਕਹਿੰਦੇ ਪਹਿਲਾਂ ਵੀ ਤੂੰ ਸਾਡਾ ਸਿੱਖ ਹੁੰਦਾ ਸੀ ਘੋੜਿਆਂ ਦਾ, ਉਦੋਂ ਵੀ ਤੂੰ ਗੱਲ ਨਹੀਂ ਮੰਨਦਾ ਸੀ। ਕਹੋ ਸਤਨਾਮ। ਕੋਈ ਨਹੀਂ, ਤੈਨੂੰ ਰਾਹ ਤੇ ਲਿਆਵਾਂਗੇ। ਅਣਕਵਾਰ ਝਿੜਕੇ ਬਹੁ ਭਾਂਤੀ ਬਹੁੜ ਪਿਤਾ, ਗੱਲ ਆਵੇ ਦੇ ਮਹਾਵਾਕ ਅਨੁਸਾਰ ਇੱਥੇ ਰੋਕਦੇ ਆ, ਸਮਾਪਤੀ ਕਰੀਏ। ਗੁਰੂ ਕਿਰਪਾ ਕਰਨ ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ ਆ। ਸਿੱਖ ਸੰਗਤਾਂ ਦੀ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास। हे पूरन हे सर्वमय पंजन गुणतास। हे संगी हे निरंकार हे निर्गुण सब टेका। हे गोविंद हे गुण निदान सदा भवेक। हे अपरंपर हर हरे हे संत है कै सदा संग। हे ठाकुर हों दास रो मैं निर्गुण गुण नहीं कोई। नानक दीजै नाम दाना राखो ही करोए। आए प्रभ शरणागति कृपा निध दयाला। एक अखर हर मन बसत नानक होत निहाल। एक ओंकार सतगुरु तेह प्रसाद सच होए। वाहिगुरु जी की फतेह है। विघ्न विनाशन सोए। वाहिगुरु जी की फतेह है। विघ्न विनाशन सोए। वाहिगुरु जी का खालसा, वाहिगुरु जी की फतेह। वाहिगुरु जी की फतेह। बहुत बहुत